ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਸੋ ਆਓ ਫਿਰ ਸਵਾਗਤ ਕਰਦੇ ਹਾਂ ਜੌਲ ਸਾਹਿਬ ਦਾ। ਜੌਲ ਸਾਹਿਬ, ਵੈਰੀ ਗੁੱਡ ਮਾਰਨਿੰਗ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਅਰਸ਼ ਬਹੁਤ ਬਹੁਤ ਧੰਨਵਾਦ। ਆਪਣੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਜੀ ਆਇਆਂ ਨੂੰ ਜੀ। ਮੌਸਮ ਦਿਨ ਬਾਏ ਦਿਨ ਕਈ ਵਾਰੀ ਕਹਿੰਦੇ ਚੱਕਮਾ ਜਿਹਾ ਵੈਦਰ ਆ, ਚੱਕਮਾ ਜਿਹਾ, ਕਈ ਵਾਰੀ ਧੁੱਪ, ਕਈ ਵਾਰੀ ਠੰਡ, ਕਈ ਵਾਰੀ ਮੀਂਹ। ਸੋ ਮੌਸਮ ਦਾ ਹਾਲੇ ਪਤਾ ਨਹੀਂ ਜੀ, ਐਜ਼ ਯੂ ਸੇ ਦ W ਇਨ ਦਿਸ ਵਰਲਡ। ਅਰਸ਼, ਜਿਸ ਤਰ੍ਹਾਂ ਆਪਾਂ ਸਦਾ ਗੱਲ ਕਰਦੇ ਹਾਂ ਵੀ ਇਹੀ ਤਾਂ ਇੱਕ W ਆ ਜਿਹੜਾ ਕਿ ਮਨੁੱਖ ਦੀ ਪਕੜ ਵਿੱਚ ਨਹੀਂ ਆਇਆ ਜੀ, ਹਨਾ। ਬਿਲਕੁਲ। ਤੇ ਦੂਜੇ ਦੋਨੇ W ਆਪਾਂ ਸਮਝਾ ਚੁੱਕੇ ਹਾਂ ਵੀ ਉਹ ਪਕੜ 'ਚ ਹੈਗੇ ਆ, ਪਰ ਥੋੜਾ ਜਿਹਾ ਸੋਚਣ ਦੀ ਆ ਲੋੜ। ਅੱਛਾ, ਇਹ ਹੁਣ ਜਿਹੜਾ ਵੈਦਰ ਹੈ ਜੀ ਵੀ ਆਪਾਂ ਦੇਖ ਰਹੇ ਹਾਂ ਕਿ ਜਿਉਂ-ਜਿਉਂ ਫਾਲ ਹੁਣ ਆਪਾਂ ਚੱਲ ਰਹੇ ਹਾਂ, ਆਖਰੀ ਦਿਨਾਂ ਦੇ ਵਿੱਚ ਹੀ ਲਾ ਲਓ ਵੀ ਪੱਤੇ ਲਗਭਗ ਝਾੜੀ ਚੁੱਕੇ ਆ, ਰੰਗ ਬਦਲ ਚੁੱਕੇ ਆ। ਰੁੱਖਿਆ ਜਿਹੜੇ ਜੀ ਵੀ ਉਹ ਸਰਦੀ ਦੀ ਕਹਿ ਲਓ ਵੀ ਤਿਆਰੀ ਦੇ ਵਿੱਚ ਇੱਕ ਵਾਰ ਫੇਰ ਰੁੰਡ ਨਜ਼ਰ ਆਉਣ ਲੱਗੇ ਆ। ਉਹਦੇ ਨਾਲ ਫਿਰ ਇਹ ਆ ਜੀ ਵੀ ਹੁਣ ਟੈਂਪਰੇਚਰ ਇਹ ਹਜੇ ਤੱਕ ਭਾਵੇਂ ਡਿਊਰਿੰਗ ਦਾ ਡੇ ਚਲੋ ਡਬਲ ਡਿਜਿਟ 'ਚ ਆ, ਪਰ ਇਹਨੇ ਸਿੰਗਲ ਡਿਜਿਟ ਦੇ ਵਿੱਚ ਵੀ ਜਾਣਾ ਆ, ਜਾਣੀ ਕਿ ਅਗਲੇ ਮੰਗਲਵਾਰ ਦੇ ਆਸ-ਪਾਸ ਤੱਕ। ਭਾਵੇਂ ਕਿ ਜਾਣੀ ਅੱਜ ਤੇ ਕੱਲ ਨੂੰ ਥੋੜਾ ਜਿਹਾ ਇਹ ਮੀਂਹ ਕਣੀ ਕਿਤੇ ਕਿਤੇ ਬੱਦਲਬਾਈ ਟੋਰਾਂਟੋ ਏਰੀਆ ਦੇ ਵਿੱਚ ਹੈ, ਪਰ ਇਹ ਐਤਵਾਰ ਨੂੰ ਭਰਵੀਂ ਧੁੱਪ ਵਾਲਾ ਜਿਹੜਾ ਦਿਨ ਆ ਉਹ ਲੱਗਣ ਦੀ ਸੰਭਾਵਨਾ ਹੈ। ਤੇ ਕਰਾ ਕੇ ਜਾਣੀ ਕਿ ਵੀ ਐਤਵਾਰ ਤੋਂ ਲੈ ਕੇ ਫਿਰ ਮੰਗਲਵਾਰ ਤੱਕ ਕੋਈ ਮੌਸਮ ਦੇ ਵਿੱਚ ਐਡੀ ਵੱਡੀ ਸਮੱਸਿਆ ਨਜ਼ਰ ਨਹੀਂ ਆ ਰਹੀ, ਪਰ ਸੀਜ਼ਨਲ ਟੈਂਪਰੇਚਰ ਜਿਹੜਾ ਜੀ ਵੀ ਉਹ ਤੇ ਕੂਲ ਹੀ ਰਹੇਗਾ। Alright, 905-813-1320. Jol sir, just before we start the news, time ਕਦੋਂ ਚੇਂਜ ਹੋ ਰਿਹਾ? 7 ਨੂੰ? ਟਾਈਮ 7 ਨਵੰਬਰ ਨੂੰ ਚੇਂਜ ਹੋਏਗਾ ਜੀ, ਰਾਤ ਨੂੰ 2 ਵਜੇ ਲਾ ਲਓ। 2 ਵਜੇ ਤੋਂ ਫਿਰ ਆਪਾਂ ਦੁਬਾਰਾ 1 ਵਜਾ ਲੈਣਾ। ਅੱਛਾ, 1 ਘੰਟਾ ਪਿੱਛੇ ਜਾ ਰਿਹਾ ਸੀ। 1 ਘੰਟਾ ਜਿਹੜਾ ਨਾ ਘੜੀਆਂ ਉਹ ਪਿੱਛੇ ਜਾਣਗੀਆਂ। ਤੇ ਉਸ ਲਿਹਾਜ਼ ਨਾਲ ਉਸ ਤੋਂ ਪਹਿਲਾਂ ਲੇਕਿਨ ਕਿ ਜਿਹੜਾ ਆਪਾਂ ਗੱਲ ਕਰ ਰਹੇ ਹਾਂ ਵੀ 31 ਨਵੰਬਰ ਆ, ਜਾਂ ਕਹ ਲਓ ਵੀ ਇਹ ਐਤਵਾਰ ਆ, ਉਸ ਦਿਨ ਦੇ ਖੂਬਸੂਰਤ ਵੈਦਰ ਦੀ ਥੋੜੀ ਜਿਹੀ ਡਿਊਰਿੰਗ ਦਾ ਡੇ ਜਾਣੀ ਇਹ ਕਿਹਾ ਜਾ ਰਿਹਾ ਵੀ ਵੈਦਰ ਵਧੀਆ ਹੋਏਗਾ, ਧੁੱਪ ਲੱਗੇਗੀ, ਪਰ ਸ਼ਾਮ ਤੱਕ ਜਿਹੜੀ ਅੱਜ ਵੀ ਉਹ ਠੰਡ ਵੱਧ ਸਕਦੀ ਆ, ਕਿਤੇ ਕਿਤੇ ਮੀਂਹ ਕਣੀ ਵੀ ਹੋ ਸਕਦਾ। ਸੋ ਉਸ ਲਿਹਾਜ਼ ਨਾਲ ਜਿਹੜੇ ਬੱਚੇ ਆ ਉਹ ਆਪਣੀ ਪ੍ਰੈਪਰੇਸ਼ਨ ਕਰ ਰਹੇ ਨੇ ਅੱਜ, ਜਿਨ੍ਹਾਂ ਨੇ ਆਪਣੀ ਜਿਹੜੀ ਡਰੈਸ ਆ ਨਾ ਸਕੂਲਾਂ ਦੇ ਵਿੱਚ, ਕਿਉਂਕਿ ਬੱਚਿਆਂ ਨੂੰ ਸ਼ੌਂਕ ਬਹੁਤ ਹੁੰਦਾ ਨਾ ਵੀ ਇਹ ਮੈਂ ਹੁਣ ਦਿਖਾਵਾਂ ਵੀ ਮੇਰੇ ਕੋਲ ਕੀ ਆ, ਮੇਰੇ ਕੋਲ ਬਹੁਤ ਖੂਬਸੂਰਤ ਤੇ ਵਧੀਆ ਸੋਹਣੇ ਬਣ ਕੇ। ਸੋ ਇਸੇ ਤਰੀਕੇ ਦੇ ਨਾਲ ਅੱਜ ਜਿਹੜੀਆਂ ਆਪਣੀਆਂ ਆਊਟਫਿਟਿੰਗਸ ਆ ਸਾਰੇ ਜੀ ਵੀ ਬੱਚੇ ਜਿਹਨੂੰ ਦਿਖਾਉਣ ਦਾ ਸ਼ੌਂਕ ਆ ਉਹ ਪਾ ਕੇ ਸਕੂਲਾਂ ਦੇ ਵਿੱਚ ਕਲਾਸਿਸ ਦੇ ਵਿੱਚ ਗਏ ਹੋਏ ਨੇ। ਤੇ ਉਸ ਲਿਹਾਜ਼ ਨਾਲ 31 ਅਕਤੂਬਰ ਦੀ ਬੱਚੇ ਤੇ ਪੇਰੈਂਟਸ ਜਿਹੜੇ ਆ ਉਡੀਕ ਕਰ ਰਹੇ ਆ ਜੀ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਹੈਲੋਵੀਨ ਇਸ ਵਾਰ ਦੀ ਆ ਜਿਹੜੀ ਪਿਛਲੇ ਸਾਲ ਦੇ ਨਾਲੋਂ ਜ਼ਿਆਦਾ ਰੌਣਕ ਦੇ ਨਾਲ ਮਨਾਈ ਜਾ ਸਕੇ। ਲੋ ਜੌਲ ਸਾਹਿਬ, ਗੱਲਬਾਤ ਕਰੀਏ ਇੰਡੀਅਨ ਵੀਜ਼ਾ ਪਾਸਪੋਰਟ ਦੀਆਂ। ਕਹਿੰਦੇ ਨੇ ਕਿ ਜਿਹੜੇ ਹੁਣ ਲਾਈਨਾਂ ਲੱਗ ਰਹੀਆਂ ਨੇ ਉਹਨਾਂ ਨੂੰ, ਜਿਨ੍ਹਾਂ ਨੇ ਵੀ ਵੀਜ਼ੇ ਲਗਵਾਉਣੇ ਨੇ ਜੀ ਇੰਡੀਆ ਦੇ, ਉਹਨਾਂ ਨੂੰ ਸਵੇਰੇ 4 ਵਜੇ ਲਾਈਨਾਂ ਤੋਂ ਸ਼ੁਰੂ ਲੱਗਣਾ ਪੈਣਾ। ਅਰਸ਼, ਨਹੀਂ ਇਹ ਅਫੀਸ਼ੀਅਲੀ ਤੇ ਕੁਛ ਨਹੀਂ, ਪਰ ਲੋਕ ਏਦਾਂ ਕਰ ਰਹੇ ਆ, ਹਨਾ। ਅੱਛਾ, ਮਤਲਬ ਐਮਬੈਸੀ, ਕੌਂਸੂਲੇਟ ਜਨਰਲ ਜਾਂ BLS ਆਫਿਸ ਨਹੀਂ ਕਹਿ ਰਹੇ ਵੀ ਤੁਸੀਂ 4 ਵਜੇ ਆ ਕੇ ਲਾਈਨ 'ਚ ਲੱਗਣਾ, ਪਰ ਦੂਜੇ ਪਾਸੇ ਇਹ ਆ ਵੀ ਜਿਹੜਾ ਉਹਨਾਂ ਦਾ ਕੰਮਕਾਰ ਕਰਨ ਦਾ ਤਰੀਕਾ ਆ ਉਹਦੇ ਤੋਂ ਜੇ ਲੋਕ 4 ਵਜੇ ਜਾ ਕੇ ਲਾਈਨ ਵਿੱਚ, 5 ਵਜੇ ਜਾ ਕੇ ਲਾਈਨ 'ਚ ਨਹੀਂ ਲੱਗਦੇ ਤੇ ਉਹਨਾਂ ਦੀ ਵਾਰੀ ਨਹੀਂ ਆਉਣੀ ਹੈ। ਤਦ ਕਰਕੇ ਇਹ ਅੱਜ ਵੀ ਭੱਜ ਨੱਠ ਜਾਣੀ ਲੋਕਾਂ ਦੇ ਵਿੱਚ ਇਹ ਪਈ ਹੋਈ ਆ। ਪਿਛਲੇ ਦਿਨਾਂ ਤੋਂ ਇਹ ਪਤਾ ਲੱਗ ਰਿਹਾ ਸੀਗਾ ਵੀ ਬਰੈਂਪਟਨ ਦੇ ਵਿੱਚ ਵੀ ਜਿਹੜਾ BLS ਦਾ ਦਫ਼ਤਰ ਆ ਨਾ, ਵੀ ਉਹਦੇ ਬਾਹਰ ਜਾਣੀ 5 ਵਜੇ ਤੱਕ ਹੀ ਜਿਹੜਾ ਦਰਜਨਾਂ ਦੀ ਤਾਦਾਦ ਦੇ ਵਿੱਚ ਲਾਈਨ ਜਿਹੜੀ ਆ ਉਹ ਲੰਬੀ ਹੋ ਜਾਂਦੀ ਆ। ਤੇ ਲੋਕਾਂ ਨੂੰ ਕਿਉਂਕਿ ਫਿਰ ਆਪਣੇ ਕੰਮਾਂ ਦਾ, ਸ਼ਿਫਟਾਂ ਦਾ, ਟਾਈਮ ਦਾ, ਬੱਚਿਆਂ ਦਾ, ਫੈਮਿਲੀ ਦਾ, ਘਰਾਂ ਦੇ ਵਿੱਚ ਨਿੱਕੇ ਨਿੱਕੇ ਬੱਚੇ ਕਈ ਵਾਰੀ ਛੋਟੇ ਛੱਡ ਕੇ ਪੇਰੈਂਟਸ ਆਉਂਦੇ ਨੇ, ਮਾਵਾਂ ਆਉਂਦੀਆਂ ਨੇ, ਉਹ ਆਪਣੇ ਸਮੇਂ ਦੇ ਲਿਹਾਜ਼ ਨਾਲ ਫਿਰ ਇਹ ਵੀ ਆ ਵੀ ਲੋਕ ਲਾਈਨ ਟੱਪਣ ਦੀ ਕੋਸ਼ਿਸ਼ ਵੀ ਕਰਦੇ ਨੇ, ਉੱਥੇ ਝੂਠ ਸੱਚ ਵੀ ਮਾਰੇ ਜਾਂਦੇ ਨੇ ਵਗੈਰਾ। ਸੋ ਉਹ ਤਾਂ ਚਲੋ ਬਾਹਰ ਦੀ ਸਿਚੁਏਸ਼ਨ ਆ ਵੀ ਜਿਹੜਾ ਉਹਦੇ ਵਿੱਚ ਖਾਸ ਗੱਲ ਇਹ ਆ ਵੀ ਜਦੋਂ ਲੰਬੀ ਲਾਈਨ ਲੱਗੀ ਹੋਵੇ 8-9 ਵਜੇ ਤੱਕ, ਜਾਣੀ 150 ਬੰਦਾ ਲਾਈਨ ਦੇ ਵਿੱਚ ਹੋ ਜਾਵੇ, ਯੂ ਕੈਨ ਵੈਲ ਇਮੈਜਿਨ ਵੀ ਜਿਹੜਾ ਇਹ ਗਿਲਿੰਗਮ ਤੇ ਉੱਥੇ ਆਫਿਸ ਆ ਬਰੈਂਪਟਨ ਦੇ ਵਿੱਚ BLS ਦਾ ਵੀ ਕਿੰਨੀ ਕੁ ਉਹਨਾਂ ਕੋਲ ਜਗ੍ਹਾ ਆ ਲਾਈਨ ਲਾਉਣ ਨੂੰ, ਹਨਾ। ਬਿਲਕੁਲ। ਤੇ ਉਹਦੇ ਨਾਲ ਨੈਚੁਰਲੀ ਜਿਹੜੇ ਆਸ-ਪਾਸ ਦੇ ਜਾਣੀ ਬਿਜ਼ਨਸਿਸ ਆ ਉਹਨਾਂ ਦੇ ਵਿੱਚ ਵੀ ਉਹ ਵੀ ਔਖ ਮਹਿਸੂਸ ਕਰਦੇ ਨੇ, ਤਰ੍ਹਾਂ ਦੀਆਂ ਉਹ ਵੀ ਕੋਸ਼ਿਸ਼ਾਂ ਕਰਦੇ ਨੇ ਵੀ ਲਾਈਨ ਉਹਨਾਂ ਦੇ ਬਿਜ਼ਨਸ ਦੇ ਬਾਹਰ ਨਾ ਲੱਗੇ ਏਦਾਂ ਜੀ। ਅੱਛਾ, ਫਿਰ ਹੁਣ ਇਹ ਆ ਜੀ ਵੀ ਇਹ 150 ਦੀ ਲਾਈਨ ਜਾਣੀ ਜੇ 11 ਵਜੇ ਤੱਕ ਹੋ ਜਾਵੇ, ਤੇ ਦੂਸਰੇ ਪਾਸੇ ਇਹ ਆ ਜੀ ਵੀ ਕਿਸੇ ਤਰੀਕੇ ਦੇ ਨਾਲ ਜੋ ਦੱਸਿਆ ਜਾ ਰਿਹਾ ਵੀ ਸਿਕਿਉਰਿਟੀ ਵਾਲੇ ਉੱਥੇ ਵਗੈਰਾ ਹੈਗੇ ਨੇ ਵੀ ਉਹ ਵੀ ਲੋਕਾਂ ਨੂੰ ਪ੍ਰੋਪਰ ਨਹੀਂ ਇਨਫੋਰਮੇਸ਼ਨ ਠੀਕ ਨਹੀਂ ਉਹਨਾਂ ਦੇ ਵੱਲੋਂ ਦਿੱਤੀ ਜਾਂਦੀ। ਖਾਸ ਤੌਰ ਤੇ ਇਸ਼ੂ ਜਿਹੜਾ ਜੀ ਵੀ ਪੇਸ਼ ਆਉਂਦਾ ਵੀ ਕੋਰੀਅਰ ਜਿਹੜੇ ਲੋਕ ਨਹੀਂ ਫੀ ਪੇ ਕਰਨਾ ਚਾਹੁੰਦੇ, ਵੀ ਆਪ ਪਿਕਅਪ ਕਰਨਾ ਚਾਹੁੰਦੇ ਆ, ਵੀ ਉਹਨਾਂ ਨੂੰ ਸਹੀ ਆਪਸ਼ਨ ਜਿਹੜੀ ਆ ਉਹ ਨਹੀਂ ਸਿਲੈਕਟ ਕਰਨ ਦਿੱਤਾ ਜਾਂਦਾ ਕਈ ਵਾਰੀ ਅਕਸਰ ਜੀ। ਸੋ ਜਾਣਕਾਰੀਆਂ ਦੀ ਘੱਟ ਕਰਕੇ ਜਾਣੀ ਇਹ ਪਰੇਸ਼ਾਨੀ ਕਾਫੀ ਲੰਬੇ ਸਮੇਂ ਤੋਂ ਸੀਗੀ, ਪਰ ਜਿਹੜੀ ਇਹ ਸਵੇਰੇ 4 ਵਜੇ ਤੋਂ 5 ਵਜੇ ਤੋਂ ਬਾਅਦ ਉੱਥੇ ਲਾਈਨ ਗਰੋ ਹੋਣਾ ਸ਼ੁਰੂ ਹੋ ਜਾਂਦੀ ਆ।
ਇਹ ਆਪਣੇ ਆਪ ਦੇ ਵਿੱਚ ਕੰਸਰਨ ਵੀ ਆ ਤੇ ਲੋਕ ਵੀ ਕਹਿੰਦੇ ਆ ਜੀ ਵੀ ਇਹ ਜਿਹੜੇ ਉਹ ਆਫਿਸ ਵਾਲੇ ਆ ਉਹ ਬਹੁਤੀ ਕੇਅਰ ਨਹੀਂ ਕੀਤੀ ਜਾਂਦੀ ਵੀ ਲੋਕ ਏਦਾਂ ਠੰਡ ਦੇ ਵਿੱਚ ਬਾਹਰ ਪਰੇਸ਼ਾਨ ਹੋ ਰਹੇ ਨੇ ਜੀ। ਖਾਸ ਤੌਰ ਤੇ ਹੈਲਥ ਤੇ ਸੇਫਟੀ ਦਾ ਇਸ਼ੂ, ਕੋਵਿਡ ਦਾ ਮਾਹੌਲ ਚੱਲ ਰਿਹਾ ਵੀ ਉੱਥੇ 2 ਮੀਟਰ ਦੀ ਡਿਸਟੈਂਸ ਨਹੀਂ ਬਣਾ ਕੇ ਸੰਭਵ ਹੈਗੀ ਰੱਖਣੀ ਜੀ। ਇਹਦੇ ਬਾਰੇ ਫਿਰ ਕੱਲ ਸੰਪਰਕ ਕੀਤਾ ਸੀ ਕੌਂਸਲੇਟ ਜਨਰਲ ਦੇ ਨਾਲ ਵੀ ਇਹ ਕੀ ਸਿਚੁਏਸ਼ਨ ਹੋ ਰਹੀ ਹੈ, ਕਿਉਂਕਿ ਉਹ ਅਕਸਰ ਕਹਿੰਦੇ ਆ ਕਿ BLS ਦੇ ਵਿੱਚ ਜੇ ਦਫ਼ਤਰ ਦੇ ਵਿੱਚ ਲੋਕਾਂ ਨੂੰ ਸਰਵਿਸ ਨਹੀਂ ਚੰਗੀ ਮਿਲਦੀ ਸਾਨੂੰ ਫੀਡਬੈਕ ਜ਼ਰੂਰ ਦਿੱਤੀ ਜਾਵੇ ਜੀ। ਉਹਨਾਂ ਨੇ ਫਿਰ ਕਿਹਾ ਜੀ ਵੀ ਇਹ ਜਿਹੜੀਆਂ ਫਲਾਈਟਸ ਅਰਸ਼ ਇੰਡੀਆ ਨੂੰ ਚੱਲ ਪਈਆਂ ਨਾ ਅਚਾਨਕ ਤੇ ਲੋਕਾਂ ਦਾ ਮੁਹਾਨ ਮਤਲਬ ਬਹੁਤ ਜ਼ਿਆਦਾ ਹੋ ਗਿਆ ਵੀ ਉਹਨਾਂ ਨੇ ਇੰਡੀਆ ਜਾਣਾ ਹੀ ਬਿਲਕੁਲ ਬਿਲਕੁਲ, ਯੈਸ ਯੈਸ ਯੈਸ। ਉਹਦੇ ਕਰਕੇ ਜਾਣੀ ਇਹ ਐਕਸਪੈਕਟ ਨਹੀਂ ਸੀ ਕਰਦੇ ਵੀ ਇੱਕਦਮ ਵੀਜ਼ਾ ਪਾਸਪੋਰਟ OCI ਦੇ ਲਈ ਜਿਹੜੀਆਂ ਸਰਵਿਸ ਦਾ ਰਸ਼ ਇੰਨਾ ਜ਼ਿਆਦਾ ਪੈ ਜਾਊਗਾ। ਸੋ ਵੀਜ਼ੇ ਦੇ ਝੰਜਟ ਹੁਣ ਲੋਕਾਂ ਨੂੰ ਪਤਾ ਲੱਗ ਗਏ ਹੋਣ ਕਰਕੇ OCI ਦੀ ਡਿਮਾਂਡ ਵੀ ਬਹੁਤ ਵੱਧ ਗਈ ਆ ਤੇ ਇਹਦੇ ਨਾਲ ਹੀ ਵੀ ਜਾਣੀ ਅਟੈਸਟੇਸ਼ਨ ਜਾਂ ਫਿਰ ਦੂਸਰਾ ਜਿਹੜਾ ਸਰੈਂਡਰ ਸਰਟੀਫਿਕੇਟ ਵਗੈਰਾ ਲੈਣੇ ਤਰ੍ਹਾਂ ਦੀਆਂ ਸਰਵਿਸਿਜ਼ ਵੀ ਉਹਦੇ ਕਰਕੇ ਅਚਾਨਕ ਜਿਹੜਾ ਇੰਨਾ ਰਸ਼ ਪੈਣ ਲੱਗ ਪਿਆ ਵੀ ਇਹ ਐਕਸਪੈਕਟ ਨਹੀਂ ਸੀ ਕਰਦੇ BLS ਵਾਲੇ ਤੇ ਕੌਂਸਲੇਟ ਜਨਰਲ। ਫਿਰ ਉਹ ਕਹਿੰਦੇ ਆ ਜੀ ਵੀ ਹੁਣ ਇਹ ਸਿਚੁਏਸ਼ਨ ਨੂੰ ਦੇਖਦੇ ਆ ਅਸੀਂ ਉਹਨਾਂ ਨੂੰ ਇਹ ਕਿਹਾ ਵੀ ਤੁਸੀਂ ਥੋੜੇ ਇੱਕ ਤੇ ਸਰਵਿਸ ਦੇ ਕਾਊਂਟਰ ਵਧਾਓ, ਦੂਸਰਾ ਜਿਹੜਾ ਵੀ ਆਪਣਾ ਸਟਾਫ ਵੀ ਜਿਹੜਾ ਜੀ ਉਹ ਵਧਾਇਆ ਜਾਵੇ ਤਾਂ ਕਿ ਇਹ ਜਿਹੜੀ ਬਾਹਰ ਇੰਨੀ ਲਾਈਨ ਅਪ ਹੋ ਰਹੀ ਆ ਲੋਕ ਆਉਣ ਵਾਲੇ ਦਿਨਾਂ ਦੇ ਵਿੱਚ ਠੰਡ ਤੇ ਵਧਣੀ ਆ ਜਿਸ ਤਰ੍ਹਾਂ ਆਪਾਂ ਜ਼ਿਕਰ ਕੀਤਾ ਜੀ। ਸੋ ਠੰਡ ਵਧੇਗੀ ਤੇ ਲੋਕਾਂ ਦੀ ਖਾਸ ਤੌਰ ਤੇ ਸੀਨੀਅਰਸ ਹੁੰਦੇ ਨੇ, ਸਾਡੇ ਬਜ਼ੁਰਗ ਹੁੰਦੇ ਨੇ ਸਤਿਕਾਰਯੋਗ, ਜਿਨ੍ਹਾਂ ਨੂੰ ਕਿ ਲੰਬਾ ਸਮਾਂ ਉੱਥੇ ਖੜਨਾ ਪੈਂਦਾ। ਉਹ ਇੱਕ ਹੋਰ ਖਾਸ ਵੱਡੀ ਗੱਲ ਵੀ ਉੱਥੇ ਕੋਈ ਵਾਸ਼ਰੂਮ ਦੀ ਫੈਸਿਲਿਟੀ ਨਹੀਂ ਹੈ। ਹਾਂ ਯੈਸ। ਕੋਈ ਉੱਥੇ ਪੋਰਟੇਬਲ ਵਾਸ਼ਰੂਮ ਨਹੀਂ ਰੱਖਿਆ ਹੋਇਆ। ਜਿੱਥੇ ਕਿਤੇ ਅਦਰਵਾਈਜ਼ ਵੀ ਵਾਸ਼ਰੂਮ ਦੀ ਗੱਲ ਆਵੇ ਵੀ ਜੇ ਪੋਰਟੇਬਲ ਰੱਖ ਵੀ ਦਿੱਤਾ ਜਾਵੇ ਤਾਂ ਉਹਦੀ ਸਾਫ਼ ਸਫਾਈ ਦਾ ਕੋਈ ਪ੍ਰਬੰਧ ਨਹੀਂ ਹੁੰਦਾ ਹਨਾ, ਆਪਾਂ ਕੈਨੇਡਾ ਵਿੱਚ ਆ। ਸੋ ਖਾਸ ਤੌਰ ਤੇ ਇਹ ਜਿਹੜੀਆਂ ਮੁਸ਼ਕਲਾਂ ਜੀ ਵੀ ਧਿਆਨ ਖਾਸ ਤੌਰ ਤੇ ਦੇਣ ਦਾ ਜਿਹੜਾ ਵੀ ਮੰਗ ਕਰਦੀਆਂ ਨੇ BLS ਵੱਲੋਂ ਵੀ ਤੇ ਕੌਂਸਲੇਟ ਜਨਰਲ ਦੇ ਵੱਲੋਂ ਵੀ ਜੀ। ਸੋ ਉਹਨਾਂ ਦੇ ਧਿਆਨ ਵਿੱਚ ਇਹ ਸਿਚੁਏਸ਼ਨ ਜਿਹੜੀ ਹੈ ਜੀ ਵੀ ਕੱਲ ਦੀ ਆਪਾਂ ਪਰਸਨਲੀ ਲਿਆਂਦੀ ਸੀਗੀ ਤੇ ਉਹ ਇਸ ਦੇ ਬਾਰੇ ਐਕਟਿਵ ਵੀ ਹੈਗੇ ਆ। ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਆਪਾਂ ਉਹ ਕੀ ਹੱਲ ਉੱਥੇ ਕੱਢੇ ਜਾਂਦੇ ਨੇ ਜੀ। ਸੋ ਖਾਸ ਤੌਰ ਤੇ ਜਿਹੜੇ ਸੀਨੀਅਰਸ ਨੇ ਜੀ ਵੀ ਉਹਨਾਂ ਨੂੰ ਬਿਲਕੁਲ ਉੱਥੇ ਹੁਣ ਸੀਨੀਅਰਸ ਸਾਡੇ ਬਜ਼ੁਰਗ ਕਿੰਨੇ ਕੁ ਘੰਟੇ ਉੱਥੇ ਲਾਈਨ 'ਚ ਖੜੇ ਹੋ ਸਕਦੇ ਨੇ, ਜਿਹੜੇ 5 ਮਿੰਟ ਨਹੀਂ ਖੜੇ ਹੋ ਸਕਦੇ, 10 ਮਿੰਟ ਨਹੀਂ ਖੜੇ ਹੋ ਸਕਦੇ। ਉਹਨਾਂ ਨੂੰ ਕੁਰਸੀਆਂ ਦੀ ਲੋੜ ਆ, ਉਹਨਾਂ ਨੂੰ ਸਪੋਰਟ ਦੀ ਲੋੜ ਆ, ਕੋਈ ਉੱਥੇ ਉਹਨਾਂ ਨੂੰ ਪੁੱਛਣ ਵਾਲਾ ਨਹੀਂ। ਉਸ ਲਿਹਾਜ਼ ਨਾਲ ਮੈਂ ਸਮਝਾਂਗਾ ਜੀ ਵੀ ਇਹਦੇ ਤੇ ਲੱਗਦਾ ਤੁਰੰਤ BLS ਦੀ ਜਿਹੜੀ ਮੈਨੇਜਮੈਂਟ ਆ ਉਹਨਾਂ ਨੂੰ ਐਕਸ਼ਨ ਲੈਣ ਦੀ ਲੋੜ ਹੈ ਜੀ। 905-813-1320 ਅਸੀਂ ਕਾਲ ਲੈਣ ਤੋਂ ਪਹਿਲਾਂ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਜੀ NRI ਮੈਰਿਜ ਬਿਊਰੋ ਵੱਲੋਂ ਸਪਾਂਸਰ ਕੀਤਾ ਜਾ ਰਿਹਾ ਜੀ। ਹਰ ਉਮਰ ਹਰ ਵਰਗ ਦੀ ਵਿਚੋਲਗਿਰੀ ਕਰਦੇ ਨੇ। ਤੁਸੀਂ ਆਪਣੇ ਬੱਚੇ ਬੱਚੀ ਵਾਸਤੇ ਰਿਸ਼ਤਾ ਲੱਭ ਰਹੇ ਹੋ ਜੀ ਤਾਂ 6478886000 ਪਟਾਕਾ.com ਵੱਲੋਂ ਅੱਜ ਦਾ ਪ੍ਰੋਗਰਾਮ ਸਪਾਂਸਰ ਕੀਤਾ ਜਾ ਰਿਹਾ ਜੀ। ਪਟਾਕਾ.com ਦੀਵਾਲੀ ਆ ਰਹੀ ਹੈ ਜੀ, ਸੋ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਮਨਪਸੰਦ ਵਾਲੇ ਪਟਾਕੇ ਲੈ ਕੇ ਆਉਣਾ ਚਾਹੁੰਦੇ ਹੋ, ਤੁਸੀਂ ਬਰੈਂਪਟਨ ਦੇ ਵਿੱਚ ਸੇਫਲੀ ਚਲਾ ਸਕਦੇ ਹੋ। ਸੋ ਪਰਮਿਟਡ ਹੈ ਜੀ, ਪਰੰਤੂ ਪਲੀਜ਼ 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 ਬੀ ਵੈਰੀ ਵੈਰੀ ਕੇਅਰਫੁਲ ਜਦੋਂ ਤੁਸੀਂ ਪਟਾਕੇ ਚਲਾਉਂਦੇ ਹੋ। ਤਾਂ ਲੈਂਦੇ ਆ ਨੈਕਸਟ ਕਾਲ ਆਨ ਦੀ ਏਅਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਚਾਵਲਾ ਜੀ। ਸਤਿ ਸ਼੍ਰੀ ਅਕਾਲ ਜੀ। ਜੋਲ ਸਾਹਿਬ ਸਤਿ ਸ਼੍ਰੀ ਅਕਾਲ। ਮੈਂ ਚਾਵਲਾ ਜੀ ਪੁੱਛਣਾ ਚਾਹੁੰਦਾ ਸੀਗਾ ਜੋਲ ਸਾਹਿਬ ਤੋਂ ਵੀ OCI ਹੋਲਡਰ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਕਿ ਬੰਦ ਕਰ ਦਿੱਤੇ ਵੀਜ਼ੇ OCI ਦੇ? ਨਹੀਂ, ਹਾਲੇ ਤੱਕ ਤਾਂ ਇਦਾਂ ਦੀ ਕੋਈ ਗੱਲ ਨਹੀਂ ਹੈ ਜੀ, ਪਰੰਤੂ ਜੌਲ ਸਾਹਿਬ ਕਲੀਅਰ ਕਰ ਦਿੰਦੇ ਇੱਕ ਵਾਰੀ ਫਿਰ ਤੋਂ। ਜੀ ਜੌਲ ਸਾਹਿਬ। ਸਭ ਤੋਂ ਪਹਿਲਾਂ ਤੁਹਾਨੂੰ ਸਤਿ ਸ੍ਰੀ ਅਕਾਲ। ਤੇ ਲੱਗਦਾ ਕਈ ਮਹੀਨਿਆਂ ਬਾਅਦ ਅੱਜ ਪਹਿਲੀ ਵਾਰੀ ਰੇਡੀਓ ਲਾਇਆ ਤੁਸੀਂ। ਹਾਂਜੀ ਨਹੀਂ, ਰੇਡੀਓ ਲਾਇਆ ਸੀ, ਮੈਂ ਲੇਟ ਲਾਇਆ ਨਾ ਜੀ। ਕੋਈ ਗੱਲ ਲਾਇਆ, ਮੈਂ ਕਿਹਾ ਸੀ ਵੀ ਕੱਲ ਨੂੰ ਪ੍ਰੋਗਰਾਮ ਹੈ, ਕੱਲ ਨੂੰ ਪੁੱਛ ਲਾਂਗੇ। ਅੱਛਾ ਠੀਕ ਹੈ ਜੀ। ਜੀ ਜੌਲ ਸਾਹਿਬ, ਮੈਨੂੰ ਬਾਹਰੋਂ ਖਬਰ ਆਈ ਸੀਗੀ ਨਾ, ਫਿਰ ਤਾਂ ਮੈਨੂੰ ਪਤਾ ਲੱਗਾ ਜੀ। ਕੋਈ ਗੱਲ ਪਿਛਲੇ 8 ਮਹੀਨਿਆਂ 'ਚ ਤੁਸੀਂ ਪਹਿਲੀ ਵਾਰੀ ਰੇਡੀਓ ਲਾਇਆ ਲੱਗਦਾ। ਅਸੀਂ ਗੱਲ ਇਹ ਕਰ ਰਹੇ ਹਾਂ 8 ਮਹੀਨਿਆਂ 'ਚ ਐਵਰੀ ਮੰਥ, ਇੱਕ ਮਹੀਨੇ 'ਚ ਕਈ ਵਾਰੀ ਦੱਸ ਰਹੇ ਹਾਂ ਵੀ OCI ਖੁੱਲੇ ਨੇ, OCI ਜਾ ਸਕਦੇ ਨੇ। ਜੇ ਕੋਈ ਮੁਸ਼ਕਲ ਭਾਰਤ ਜਾਣ ਦੀ ਨਹੀਂ ਡਾਹੀ ਜਾਂਦੀ ਵੀਜ਼ਾ ਪੱਖੋਂ ਤੇ ਉਹ OCI ਤੇ ਇੰਡੀਅਨ ਸਿਟੀਜ਼ਨ ਹੀ। ਜੀ ਜੀ। ਮੈਨੂੰ ਲੱਗਦਾ ਆਪਾਂ 4 ਵਾਰੀ ਤਾਂ ਅਕਤੂਬਰ ਮਹੀਨੇ ਦੇ ਵਿੱਚ ਪਿਛਲੇ 15 ਕੁ ਦਿਨਾਂ 'ਚ ਇਹ ਗੱਲ ਦੱਸ ਚੁੱਕੇ ਹਾਂ। ਬਿਲਕੁਲ ਬਿਲਕੁਲ, ਐਵਰੀ ਡੇ ਵੀ ਅਨਾਉਂਸ ਇਟ। ਤੋ ਹੁਣ ਮੀਡੀਆ ਤਾਂ ਦੱਸੇ ਹੀ ਸਕਦੇ ਨੇ, ਅਸੀਂ ਤਾਂ ਲਿਖ ਹੀ ਸਕਦੇ ਹਾਂ। ਬੋਲਣਾ ਪੜ੍ਹਨਾ ਸੁਣਨਾ ਤਾਂ ਤੁਸੀਂ ਭੈਣ ਭਰਾਵਾਂ ਨੇ ਆਪ ਆ ਜੀ। ਸੋ OCI ਇਜ਼ ਅਲਾਉਡ ਜੀ, ਤੁਸੀਂ ਜਾ ਸਕਦੇ ਹੋ ਜੀ। ਐਨ ਇੰਡੀਅਨ ਪਾਸਪੋਰਟ ਤੁਹਾਡੇ ਕੋਲ ਹੋਵੇ, ਤੁਸੀਂ ਇੰਡੀਅਨ ਸਿਟੀਜ਼ਨ ਹੋ, ਤੁਸੀਂ ਇੰਡੀਆ ਜਾ ਸਕਦੇ ਹੋ। ਵਨਸ ਅਗੇਨ OCI ਤੁਸੀਂ ਇਸੇ ਕਰਕੇ ਹੁਣ BLS ਦਫ਼ਤਰ ਦੇ ਬਾਹਰ ਰਸ਼ ਕਿਉਂ ਹੈ? ਸਾਰੇ OCI ਲੱਭ ਰਹੇ ਪਾਲ, ਕਿਉਂਕਿ ਹੁਣ ਲੋਕਾਂ ਨੂੰ ਪਤਾ ਲੱਗ ਗਿਆ OCI। ਪਹਿਲਾਂ ਤਾਂ ਨਹੀਂ ਜੀ ਸਾਡੀ ਉੱਥੇ ਪ੍ਰਾਪਰਟੀ, ਉਦਾਂ ਹੀ ਗੱਲਾਂ ਸੁਣੀਆਂ ਸੁਣਾਈਆਂ, ਅਸੀਂ ਗੰਦਾ ਮੰਨ ਲੈਂਦੇ ਮਨਾਂ ਦੇ ਵਿੱਚ। ਸਾਨੂੰ ਜਿਸ ਦਿਨ ਦਾ ਕੈਨੇਡੀਅਨ ਪਾਸਪੋਰਟ ਮਿਲ ਗਿਆ ਉਦੋਂ ਤੋਂ ਹੀ OCI ਲਈ ਹੋਈ, ਇੱਕ ਵਾਰੀ ਵੀ ਭਾਰਤ ਦਾ ਵੀਜ਼ਾ ਨਹੀਂ ਲਿਆ। ਇਹ ਫੈਸਿਲਿਟੀਜ਼ ਦਿੱਤੀਆਂ ਜਾਂਦੀਆਂ ਲੋਕਾਂ ਦੀ ਹੈਲਪ ਵਾਸਤੇ। ਬਿਲਕੁਲ। ਅਸੀਂ ਖੁਦ ਜਾਣੀ ਆਪਣੀ ਅਗਿਆਨਤਾ ਕਰਕੇ ਮਨ ਦੇ ਵਿੱਚ ਗੰਢਾਂ ਬੰਨ ਕੇ ਉਦਾਂ ਹੀ ਇਹਨਾਂ ਦਾ ਲਾਭ ਨਾ ਲੈਣ ਦਾ ਮਾਰੇ ਮਤਲਬ ਵੀਜ਼ਾ ਦੇ ਝੰਜਟਾਂ 'ਚ ਖੱਜਲ ਹੋ ਰਹੇ ਹਾਂ।
ਤੇ ਗੱਲਾਂ ਬਣਾਈਆਂ ਜਾ ਰਹੀਆਂ ਵੀ ਜੇ ਭਾਰਤ ਜੀ। ਵਿੱਚ ਕੁਝ ਹੋ ਗਿਆ ਤੇ ਕੈਨੇਡੀਅਨ ਗਵਰਨਮੈਂਟ ਨੇ ਸਾਡੀ ਮਦਦ ਨਹੀਂ ਕਰਨੀ। ਹੂੰ ਵਟ ਆਰ ਯੂ ਟਾਕਿੰਗ ਅਬਾਊਟ, ਹਨਾ? ਹੂੰ ਸੋ ਜਰਾ ਕ ਆਪਾਂ ਸੋਚੀਏ, ਡਿਊ ਡਿਲੀਜੈਂਸ ਵਰਤੀਏ, ਅਸੀਂ ਪੇਪਰਾਂ 'ਚ ਪਾਸਪੋਰਟ 'ਚ ਕਾਗਜ਼ਾਂ 'ਚ ਕੈਨੇਡੀਅਨ ਨਾ ਬਣੀਏ, ਅਸੀਂ ਆਪਣੇ ਦਿਮਾਗ ਤੋਂ ਕੈਨੇਡੀਅਨ ਬਣੀਏ। ਇਹ ਜਿਹੜੀਆਂ ਚੀਜ਼ਾਂ ਲੋਕਾਂ ਦੇ ਬੈਨੀਫਿਟ ਵਾਸਤੇ ਸਰਕਾਰਾਂ ਦਿੰਦੀਆਂ ਨੇ, ਚਲੋ ਉੱਥੋਂ ਦੀਆਂ ਸਰਕਾਰਾਂ, ਆਪਾਂ ਉੱਥੋਂ ਹੀ ਆਏ ਹਾਂ, ਨੁਕਸਾਨ ਵੀ ਉਹਨਾਂ ਦੇ ਹੋਣਗੇ, ਪਰ OCI ਤਾਂ ਇੱਕ ਬਹੁਤ ਵਧੀਆ ਬੈਨੀਫਿਟ ਆ NRIs ਨੂੰ ਦਿੱਤਾ ਗਿਆ। ਜੀ। ਔਰ ਮੈਂ ਸਮਝਾਂਗਾ ਵੀ ਬੜੇ ਬੇਸਮਝ ਲੋਕ ਹੋਣਗੇ ਜਿਹਦਾ ਇਹਦਾ ਫਾਇਦਾ ਨਹੀਂ ਫਿਊਚਰ 'ਚ ਲੈ ਸਕਣਗੇ ਜਾਂ ਪਾਸ ਵਿੱਚ ਨਹੀਂ ਲਿਆ। ਆਲਰਾਈਟ। ਬਹੁਤ ਹੀ ਕਮਾਲ ਦਾ ਬੈਨੀਫਿਟ ਹੈ ਜਿਹੜਾ ਕਿ ਆਲਮੋਸਟ ਤੁਹਾਨੂੰ ਇੰਡੀਆ ਦੇ ਵਿੱਚ ਪੂਰੀ ਫਰੀडम ਦਿੰਦਾ ਹਰ ਤਰ੍ਹਾਂ, ਕੁਝ ਕੁ ਚੀਜ਼ਾਂ ਛੱਡ ਕੇ। ਵੀ ਤੁਸੀਂ ਉੱਥੇ ਜਾ ਕੇ ਕਿਹੜਾ ਇਲੈਕਸ਼ਨ ਲੜਨੀ ਹੈ, ਤੁਸੀਂ ਉੱਥੇ ਜਾ ਕੇ ਕਿਹੜਾ ਕੋਈ ਸਰਕਾਰੀ ਨੌਕਰੀ ਕਰਨੀ ਹੈ, ਤੁਸੀਂ ਉੱਥੇ ਜਾ ਕੇ ਕਿਹੜਾ ਖੇਤੀ ਕਰਨੀ ਹੈ ਵੀ ਤੁਹਾਨੂੰ ਜ਼ਮੀਨ ਦੀ ਲੋੜ ਹੈ। ਇਹਨਾਂ ਚੀਜ਼ਾਂ ਤੇ ਰੋਕ ਹੈ। ਆਮ ਜਨ ਜੀਵਨ ਦੇ ਵਿੱਚ OCI ਨੂੰ ਕਿਸ ਭਾਰਤ ਦੇ ਬਾਕੀ ਸਿਟੀਜ਼ਨ ਦੇ ਬਰਾਬਰ ਤੇ ਰਾਈਟਸ ਹੈ ਤਕਰੀਬਨ ਜੀ। ਬਿਲਕੁਲ ਜੀ। ਸੋ ਇਹਨੂੰ ਸਮਝਣਾ ਚਾਹੀਦਾ, ਗੰਢਾਂ ਨਹੀਂ ਮਨ 'ਚ ਬੰਨ ਲੈਣੀਆਂ ਚਾਹੀਦੀਆਂ ਅਗਿਆਨਤਾ ਦੀਆਂ ਸੁਣੀਆਂ ਸੁਣਾਈਆਂ ਗੱਲਾਂ ਦੇ ਆਧਾਰ ਤੇ। ਨੈਕਸਟ ਕਾਲ ਆਨ ਦੀ 에ਅਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ੍ਰੀ ਅਕਾਲ ਜੀ। ਜੀ ਬਾਈ ਜੀ, ਮੈਂ ਪੁੱਛਣਾ ਚਾਹੁੰਦਾ, ਜਿਵੇਂ ਜਿਹੜਾ ਕੈਨੇਡੀਅਨ ਸਰਵਿਸਿਜ਼ ਆਪਾਂ ਲੈਣੇ ਆ, ਕੋਈ ਪਾਸਪੋਰਟ ਵਗੈਰਾ ਦੀ, ਉਹ ਸਾਰਾ ਕੁਝ ਆਨਲਾਈਨ ਇਹਨਾਂ ਨੇ ਕਰਤਾ, ਤੇ ਆਪਣਾ ਵੀਜ਼ਾ ਇੰਡੀਅਨ ਐਮਬੈਸੀ ਵਾਲੇ ਆਨਲਾਈਨ ਨਹੀਂ ਕਰ ਸਕਦੇ? ਸਾਰਾ ਕੁਝ ਆਨਲਾਈਨ ਹੁੰਦਾ ਹੈਗਾ, ਜਿਵੇਂ ਕਿਉਂ ਲਾਈਨਾਂ ਲਵਾਉਣੀ ਆ ਬਾਹਰ? ਤੇ ਇੱਕ ਹੋਰ ਮੈਂ ਗੱਲ ਸ਼ੇਅਰ ਕਰਨੀ ਚਾਹੁੰਦਾ, ਪਹਿਲਾਂ ਮੈਂ ਇਹਦੇ ਰਿਐਕਸ਼ਨ ਲੈ ਲੈਣਾ ਭਾਜੀ ਹੁਣਾਂ ਦਾ। ਜੀ। ਮੈਂ ਨਾ ਕੱਲ ਆਪਣਾ ਭਾਜੀ ਸਕਾਰਬਰੋ ਗਿਆ ਸੀ, ਮੈਂ ਟਰੱਕ ਚਲਾਉਣਾ, ਤੇ ਉੱਥੇ ਬਾਹਰ ਮੈਂ ਵਾਸ਼ਰੂਮ ਯੂਜ਼ ਕਰਨਾ ਸੀ। ਉਹਨਾਂ ਨੇ ਬਾਹਰ ਬੜਾ ਵੱਡਾ ਸਾਈਨ ਲਾਇਆ ਹੋਇਆ ਸੀ ਵੀ ਪਬਲਿਕ ਵਾਸ਼ਰੂਮ ਨਹੀਂ ਹੈਗਾ ਇੱਥੇ, ਡਰਾਈਵਰ ਵਾਸ਼ਰੂਮ ਅਲਾਉਡ ਨਹੀਂ ਹੈਗੇ ਯੂਜ਼ ਕਰਨ ਵਾਸਤੇ। ਬਾਹਰ ਉਹਨਾਂ ਨੇ ਕੋਈ ਪੋਰਟੇਬਲ ਵੀ ਨਹੀਂ ਰੱਖਿਆ ਸੀ, ਹਨਾ। ਤੇ ਜਦੋਂ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ, ਮੈਂ ਕਿਹਾ ਮੈਂ ਵਾਸ਼ਰੂਮ ਯੂਜ਼ ਕਰਨਾ, ਤੇ ਉਹ ਜਿਹੜੀ ਬਾਹਰ ਕੁੜੀ ਬੈਠੀ ਸੀ ਰਿਸੈਪਸ਼ਨਿਸਟ, ਉਹ ਕਹਿੰਦੀ ਵੀ ਅਲਾਉਡ ਨਹੀਂ ਹੈਗੇ ਡਰਾਈਵਰ, ਹਨਾ। ਤੇ ਮੈਂ ਉਹਨੂੰ ਹਵਾਲਾ ਦਿੱਤਾ, ਮੈਂ ਕਿਹਾ ਵੀ ਹੁਣ ਤਾਂ ਫੋਰਡ ਸਾਹਿਬ ਨੇ ਬਿੱਲ ਬਣਾਦਾ, ਤੁਸੀਂ ਮੈਨੂੰ ਆਪਣੇ ਸੁਪਰਵਾਈਜ਼ਰ ਨਾਲ ਗੱਲ ਕਰਾਓ। ਤੇ ਉਹਨਾਂ ਦਾ ਜਿਹੜਾ ਕੋਈ ਬੌਸ ਸੀਗਾ, ਉਹਨੇ ਉਹਨੂੰ ਕਾਲ ਕੀਤੀ, ਉਹ ਬਾਹਰ ਆਇਆ ਗੇਟ ਤੇ, ਉਹ ਕਹਿੰਦਾ ਯੈਸ ਹਾਊ ਮੇ ਹੈਲਪ ਯੂ। ਤੇ ਮੈਂ ਕਿਹਾ ਵੀ ਮੈਂ ਜੀ ਵਾਸ਼ਰੂਮ ਯੂਜ਼ ਕਰਨਾ। ਤੇ ਉਹਨੇ ਮੈਨੂੰ ਦੂਜਾ ਸਵਾਲ ਨਹੀਂ ਭਾਜੀ ਪੁੱਛਿਆ, ਕਹਿੰਦਾ ਤੀਜਾ ਲੈਫਟ ਤੇ ਤੇਰੇ ਹੈਗਾ ਵਾਸ਼ਰੂਮ, ਤੂੰ ਯੂਜ਼ ਕਰ ਸਕਦਾ। ਤੇ ਮੈਂ ਫੋਰਡ ਸਾਹਿਬ ਨੂੰ ਜਿਵੇਂ ਬਹੁਤ ਜਿਹੜਾ ਐਪਰੀਸ਼ੀਏਟ ਕਰਨਾ ਚਾਹੂੰਗਾ, ਜਿਹੜਾ ਉਹਨਾਂ ਨੇ ਸਾਡੇ ਵਾਸਤੇ ਬਿੱਲ ਬਣਾਇਆ ਜੀ, ਤੇ ਬਹੁਤ ਵਧੀਆ ਜੀ, ਹਨਾ। ਤੇ ਬਾਕੀ ਉਹ ਇੱਕ ਆਨਲਾਈਨ ਵਾਲਾ ਮੈਨੂੰ ਦੱਸ ਦਿਓ ਭਾਜੀ। ਥੈਂਕ ਯੂ ਸੋ ਮਚ ਜੀ। ਸੋ ਫਰਕ ਪੈ ਰਿਹਾ ਜੀ। ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਫੀਡਬੈਕ ਦਿੱਤੀ, ਸਾਨੂੰ ਅੱਛੀ ਫੀਡਬੈਕ ਵੀ ਦੇਣਾ ਚਾਹੀਦਾ ਹੈ। ਇਹ ਹੈ ਜੀ ਕਿ ਅਜੇ ਬਿੱਲ ਬਣਿਆ, ਕਾਨੂੰਨ ਨਹੀਂ ਬਣਿਆ। ਚਲੋ ਕਈ ਵਾਰੀ ਏਦਾਂ ਹੁੰਦਾ ਵੀ ਆਪਾਂ ਕਹਿੰਦਾ ਵੀ ਕੋਈ ਜਿਹੜੀ ਚੋਰ ਬਜ਼ਾਰੀ ਚੱਲ ਰਹੀ ਆ, ਉਹਦਾ ਬਿੱਲ ਵੀ ਆ ਜਾਏ ਤੇ ਚੋਰਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ, ਜਿੱਦਾਂ LMIA ਵੇਚਣ ਵਾਲੇ ਜਾਂ ਜੋਬ ਲੈਟਰਾਂ ਵੇਚਣ ਵਾਲੇ ਵਾਲੀਆਂ ਵਗੈਰਾ ਹੋਣ ਜੀ। ਸੋ ਏਦਾਂ ਹੀ ਆ ਵੀ ਜਾਣੀ ਇਹ ਜੇ ਵਾਸ਼ਰੂਮ ਦੀ ਤਕਲੀਫ ਲੋਕਾਂ ਨੂੰ, ਭੈਣ ਭਰਾਵਾਂ ਨੂੰ ਦਿੱਤੀ ਜਾ ਰਹੀ ਸੀ, ਤੇ ਬਿੱਲ ਬਣਨ ਦੇ ਨਾਲ ਹੀ ਕਈਆਂ ਦੇ ਵਿੱਚ ਸੁਧਾਰ ਆਏ ਨੇ, ਕੰਨ ਖੜੇ ਹੋਏ ਨੇ। ਪਰ ਕਿਉਂਕਿ ਵੀ ਹੁਣ ਇਹ ਦਫ਼ਤਰੋਂ ਆਉਣਾ, ਘਰ ਜਾਣਾ, ਘਰੋਂ ਵਾਪਸ ਫੇਰ ਕੰਮ ਤੇ ਜਾਣਾ, ਇੰਨਾ ਕੀ ਆ, ਬਹੁਤੇ ਲੋਕ ਇਹਨਾਂ ਚੀਜ਼ਾਂ ਨਾਲ ਇਨਫੋਰਮੇਸ਼ਨ ਅਪਡੇਟ ਨਹੀਂ ਹੁੰਦੇ ਜਾਂ ਹੁੰਦੀਆਂ। ਦਫ਼ਤਰਾਂ ਦੇ ਵਿੱਚ ਵੀ ਉਹਨੇ ਕੁੜੀ ਨੇ ਕਹਿਤਾ ਨਹੀਂ ਯੂਜ਼ ਕਰ ਸਕਦੇ, ਸੁਪਰਵਾਈਜ਼ਰ ਨੇ ਤੁਸੀਂ ਅਪਰੋਚ ਕੀਤੀ, ਉਹਨਾਂ ਨੇ ਕਰਨ ਦੇਤਾ। ਬਟ ਮੈਨੂੰ ਲੱਗਦਾ ਵੀ ਇਹ ਆ ਵੀ ਰਿਸੈਪਸ਼ਨ ਨੂੰ ਛੱਡ ਕੇ ਜੇ ਵਾਕਈ ਉੱਥੇ ਕੋਈ ਅੜ ਕੇ ਡਰਾਈਵਰ ਕਵੇ ਵੀ ਮੈਂ ਵਾਸ਼ਰੂਮ ਯੂਜ਼ ਕਰਨਾ, ਸੁਪਰਵਾਈਜ਼ਰ ਨਾਲ, ਮੈਨੇਜਰ ਨਾਲ ਮੇਰੀ ਗੱਲ ਕਰਾਓ, ਤੇ ਮਨਾ ਨਹੀਂ ਸੀ ਉਹ ਪਹਿਲਾਂ ਵੀ ਕਰ ਸਕਦੇ, ਪਰ ਆਪਾਂ ਇੰਨਾ ਕੁ ਐਕਸ਼ਨ ਜਿਹੜਾ ਘੱਟ ਲੈਂਦੇ ਰਹੇ ਹਾਂ ਆਪਣੇ ਵੱਲੋਂ ਵੀ। ਪਰ ਹੁਣ ਚਲੋ ਇਹ ਲਾਅ ਬਣ ਜਾਏਗਾ, ਐਨੀਵੇਜ਼ ਇਹ ਜਿਹੜੀ ਸਿਚੁਏਸ਼ਨ ਆ ਉਹ ਰਿਜ਼ੋਲਵ ਹੋ ਜਾਏਗੀ ਜੀ। ਆਨਲਾਈਨ ਵੀਜ਼ਾ ਦੇ ਬਾਰੇ 'ਚ ਗੱਲ ਇਹ ਹੈ ਜੀ ਭੈਣ ਭਰਾਓ, ਕਿ ਜਦੋਂ ਕਿਉਂਕਿ ਅਸੀਂ ਸ਼ੀਸ਼ੇ ਦੇ ਸਾਰੇ ਪਾਸੇ ਦੇਖਦੇ ਹਾਂ ਨਾ, ਇਸ ਕਰਕੇ ਸਾਰੇ ਪਾਸਿਆਂ ਦੀ ਥੋੜ੍ਹੀ ਬਹੁਤੀ ਗੱਲ ਅਸੀਂ ਕਰ ਸਕਦੇ ਹਾਂ ਵੀ ਅਸਲ 'ਚ ਰੀਜ਼ਨ ਕੀ ਆ। ਬਹੁਤ ਵਾਰ ਦੱਸਣ ਦੀ ਕੋਸ਼ਿਸ਼ ਕੀਤੀ ਆ ਵੀ ਇਹ ਸ਼ੌਂਕ ਨਾਲ ਨਹੀਂ ਕੀਤਾ ਜਾ ਰਿਹਾ ਵੀ ਲੋਕਾਂ ਨੂੰ ਖੱਜਲ ਕੀਤਾ ਜਾਵੇ, ਉਹਨਾਂ ਨੂੰ ਦੁਬਾਰਾ ਵੀਜ਼ੇ ਅਪਲਾਈ ਕਰਵਾਏ ਜਾਣ, ਉਹਨਾਂ ਨੂੰ ਲਾਈਨਾਂ 'ਚ ਖੜੇ ਰੱਖਿਆ ਜਾਵੇ, ਹਨਾ ਵਗੈਰਾ। ਇਹ ਸਿਰਫ ਇਸ ਕਰਕੇ ਆ ਵੀ ਲੋਕਾਂ ਦੀ ਜਾਨ ਮਾਲ ਇਸ ਕੋਵਿਡ ਦੀ ਸਿਚੁਏਸ਼ਨ ਦੇ ਵਿੱਚ ਜਿਸ ਤਰ੍ਹਾਂ ਉਹ ਸਮਝਦੇ ਨੇ ਵੀ ਹਾਲ ਦੀ ਘੜੀ ਟਰੈਵਲ ਨਾ ਕਰੋ, ਟਰੈਵਲ ਨਾ ਕਰੋ। ਟਰੈਵਲ ਕਰਨ ਤੋਂ ਰੋਕਣ ਦੇ ਲਈ ਇਹ ਟੂਰਿਸਟ ਦੀਆਂ ਰੋਕਾਂ ਹੈਗੀਆਂ। ਉਹਦੇ ਵਿੱਚ ਹੁਣ ਜਿੰਨੀਆਂ ਵੀ ਤੁਸੀਂ ਮੁਸ਼ਕਲਾਂ ਚੱਲਦੇ ਹੋ, ਮੈਸੇਜ ਤੇ ਉਹ ਇਹ ਦੇਣਾ ਚਾਹੁੰਦੇ ਵੀ ਅਜੇ ਬਹਿ ਜਾਓ, ਟਿਕ ਕੇ ਜੇ ਬਹਿ ਸਕਦੇ ਹੋ, ਆਉਣ ਦਾ ਸਮਾਂ ਆਏਗਾ, ਅਸੀਂ ਤੁਹਾਨੂੰ ਆਪੇ ਹੀ ਦੱਸ ਦਿਆਂਗੇ। ਸਾਨੂੰ ਲੱਗ ਰਿਹਾ ਵੀ ਚਲੋ ਇਸ ਸਾਲ ਦੇ ਅਖੀਰ ਤੱਕ ਸਭ ਕੁਝ ਪ੍ਰਮਾਤਮਾ ਠੀਕ ਰੱਖੇ, ਕੋਈ ਉੱਥੇ ਨਵੀਂ ਵੇਵ ਨਾ ਆਵੇ ਤੇ ਉਹ ਟੂਰਿਸਟ ਵੀਜ਼ਾ ਵੀ ਸ਼ਾਇਦ ਖੋਲ ਦੇਣ। ਉਹਨਾਂ ਨੂੰ ਵੀ ਤੇ ਕਾਹਲੀ ਆ ਨਾ। ਜੀ ਜੀ ਬਿਲਕੁਲ, ਉਹਨਾਂ ਨੂੰ ਵੀ ਉਨੀ ਕਾਹਲੀ ਆ ਜਿੰਨੀ ਤੁਹਾਨੂੰ ਆ। ਪਰ ਸਭ ਤੋਂ ਜ਼ਿਆਦਾ ਜਾਣੀ ਜ਼ਮੀਨਾਂ ਨਾਲੋਂ, ਸਾਨੂੰ ਵਸੀਤਾਂ ਨਾਲੋਂ, ਸਾਨੂੰ ਬੈਂਕਾਂ ਦੇ ਅਕਾਊਂਟਾਂ ਨਾਲੋਂ ਆਪਣੀ ਜਾਨ ਪਿਆਰੀ ਆ। ਜਾਨ ਪਿਆਰੀ ਆ, ਤੰਦਰੁਸਤੀ ਪਿਆਰੀ ਆ। ਇਸ ਕਰਕੇ ਉਹ ਹਾਲ ਦੀ ਘੜੀ ਕਹਿੰਦੇ ਨੇ ਵੀ ਥੋੜਾ ਜਿਹਾ ਆਪਾਂ ਵੇਟ ਕਰੀਏ। ਜਿਸ ਕਰਕੇ ਵੀ ਇਹ ਥੋੜ੍ਹੀਆਂ ਜਿਹੀਆਂ ਮੁਸ਼ਕਲਾਂ ਟੂਰਿਸਟ ਵੀਜ਼ਾ ਦੀਆਂ ਹੈਗੀਆਂ। ਆਨਲਾਈਨ ਵੀਜ਼ਾ ਵੀ ਇਸੇ ਕਰਕੇ ਅਜੇ ਤੱਕ ਜਿਹੜਾ ਉਹ ਨਹੀਂ ਖੋਲਿਆ ਗਿਆ। ਪਰ ਹੁਣ ਲੋਕ ਜਿਹੜੇ ਆ ਜੀ ਉਹਨਾਂ ਨੂੰ ਬਹੁਤ ਔਖਾ, ਭੈਣ ਭਰਾ ਆਪਣੀ ਚੁਆਇਸ ਆਪ ਬਣਾਉਂਦੇ ਆ, ਤੇ ਜਿਸ ਕਰਕੇ ਵੀ ਫਿਰ ਜਦੋਂ ਆਪਾਂ ਨਹੀਂ ਬਹੁਤ ਹੱਠ ਕਰਦੇ ਹਾਂ ਜੀਵਨ ਦੇ ਵਿੱਚ, ਜ਼ਿੱਦ ਕਰਦੇ ਹਾਂ ਤੇ ਮਸਲੇ ਵਿਗੜਦੇ ਨੇ। ਸੋ ਜ਼ਿੱਦ ਕਰਕੇ ਹੀ ਆ ਵੀ ਅਸੀਂ ਜਾਣਾ ਹੀ ਜਾਣਾ ਆ, ਜਿਹਦੇ ਕਰਕੇ ਵੀ ਇਹ ਥੋੜ੍ਹੀਆਂ ਜਿਹੀਆਂ ਮੁਸ਼ਕਲਾਂ ਆ ਰਹੀਆਂ। ਪਰ ਅਪਰੋਚ ਆਪਾਂ ਉਹਨਾਂ ਨੂੰ ਕੱਲ ਕੀਤਾ ਸੀਗਾ ਵੀ BLS ਦੇ ਵਿੱਚ ਦੇਖੋ ਅਰਸ਼ ਲੋਕ ਪੇ ਕਰਦੇ ਆ, ਉੱਥੇ ਕਿਹੜਾ ਉਹ ਕੋਈ ਫ੍ਰੀ ਸਰਵਿਸ ਆ ਜਿਹੜਾ ਜੀ ਲੋਕ ਖੱਜਲ ਹੋਈ ਜਾਣ, ਹਨ। ਰਾਈਟ। ਜਦੋਂ ਤੁਸੀਂ ਕਿਸੇ ਸਰਵਿਸ ਵਾਸਤੇ ਪੇ ਕਰ ਰਹੇ ਹੋ
ਤੇ ਫਿਰ ਨੈਚੁਰਲੀ ਆ ਵੀ ਤੁਹਾਨੂੰ ਜਿਹੜੀ ਉਹ ਸਰਵਿਸ ਬਿਨਾਂ ਕਿਸੇ ਤਕਲੀਫ ਤੋਂ ਮਿਲਣੀ ਦਿੱਤੀ ਜਾਣੀ ਚਾਹੀਦੀ ਆ। ਤੁਸੀਂ ਪੇ ਕਰ ਰਹੇ ਹੋ ਹਨਾ, ਸੋ ਜੇ ਪੇ ਕਰ ਰਹੇ ਹੋ ਤੇ ਫਿਰ ਤੁਹਾਨੂੰ 5 ਘੰਟੇ ਬਾਹਰ ਲਾਈਨ 'ਚ ਖੜੇ ਰੱਖਣਾ ਇਟ ਡਜ਼ਨਟ ਮੇਕ ਐਨੀ ਸੈਂਸ। ਬਿਲਕੁਲ ਜੀ, ਬਿਲਕੁਲ ਜੀ। ਇਸ ਕਰਕੇ ਉਹ ਕਹਿੰਦੇ ਜੀ ਵੀ ਅਸੀਂ ਕਾਊਂਟਰ ਵਧਾ ਰਹੇ ਹਾਂ, ਅਸੀਂ ਸਟਾਫ ਵਧਾਉਣ ਲਈ ਉਹਨਾਂ ਨੂੰ ਕਹਿ ਦਿੱਤਾ ਹੈ। ਇਹ ਵਾਸ਼ਰੂਮ ਬਾਰੇ ਵੀ ਉਹਨਾਂ ਦੇ ਧਿਆਨ ਵਿੱਚ ਲਿਆਂਦਾ, ਬਾਕੀ ਦੇਖੋ ਕੀ ਕਰਦੇ ਨੇ। ਪਰ ਹੁਣ ਆਪਾਂ ਦੇਖੋ ਉੱਥੇ ਸਰਵਿਸ ਦੇਣ ਵਾਲੇ ਅੰਦਰ ਉਹ ਵੀ ਉੱਥੋਂ ਆਏ ਨੇ ਜਿੱਥੋਂ ਆਪਾਂ ਆਏ ਹਾਂ, ਤੇ ਜਿਹੜੇ ਲਾਈਨ 'ਚ ਖੜੇ ਆਪਾਂ ਉੱਥੋਂ ਆਏ ਹਾਂ। ਸੋ ਇਸ ਕਰਕੇ ਆਪਣੇ ਵਿਚਕਾਰ ਲਈ ਇਹ ਮਸਲਾ ਆਪਾਂ ਰਲ ਮਿਲ ਕੇ ਰਿਜ਼ੋਲਵ ਕਰ ਲਈਏ ਤਾਂ ਚੰਗਾ। ਅਨਵੈਕਸੀਨੇਟਿਡ ਜਿਹੜੇ ਪਰਸਨਸ ਨੇ ਜਾਂ ਵਿਅਕਤੀ ਨੇ ਉਹ ਐਲੀਜੀਬਲ ਨਹੀਂ ਨੇ ਫॉर EI ਬੈਨੀਫਿਟਸ। ਦੇਖੋ ਅਰਸ਼, ਇਸ ਤਰ੍ਹਾਂ ਵੀ ਇਹ CRB ਵਗੈਰਾ ਜਾਂ ਬਾਕੀ ਦੇ ਵੀ ਜਿਹੜੇ ਕੋਵਿਡ ਦੇ ਨਾਲ ਸੰਬੰਧਿਤ ਬੈਨੀਫਿਟ ਫੈਡਰਲ ਗਵਰਨਮੈਂਟ ਨੇ ਦਿੱਤੇ ਸੀਗੇ, ਉਹ ਜਾਣੀ ਕਿ ਅਨਵੈਕਸੀਨੇਟਡ ਲੋਕਾਂ ਨੂੰ ਹੌਲੀ ਹੌਲੀ ਫਿਰ ਉਹਦੇ ਲਈ ਇਨਐਲੀਜੀਬਲ ਕਰ ਦਿੱਤਾ ਸੀ, ਅਯੋਗ ਕਰਾਰ ਦੇ ਦਿੱਤਾ ਸੀਗਾ। ਇੱਦਾਂ ਹੀ ਵੀ ਜਾਣੀ ਇਹ ਜਿਹੜੇ EI ਬੈਨੀਫਿਟਸ ਵਾਸਤੇ ਵੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਾਣੀ ਕਿ ਜਿਹੜੇ ਲੋਕ ਵੈਕਸੀਨ ਨਾ ਲਵਾਉਣ ਕਰਕੇ ਟਰਮੀਨੇਟ ਕੀਤੇ ਜਾਣਗੇ, ਜਾਣੀ ਕਿ ਨੌਕਰੀ ਤੋਂ ਕੱਢੇ ਜਾਣਗੇ। ਇਹ ਬਕਾਇਦਾ ਤੌਰ ਤੇ ਕੱਲ੍ਹ ਫੈਡਰਲ ਗਵਰਨਮੈਂਟ ਨੇ ਅਨਾਊਂਸ ਕੀਤਾ ਵੀ ਉਹ ਕਨਫਰਮ ਵੀ ਕੀਤਾ ਕਿ ਇਹੋ ਜਿਹੇ ਜਿਹੜੇ ਵਰਕਰ ਆ ਜਾਣੀ ਜੋਬ ਜੇ ਆਪਣੀ ਗਲਤੀ ਕਰਕੇ ਗਵਾਉਣਗੇ, ਜਾਣੀ ਕਿ ਡਿਸਮਿਸ ਹੋਣਗੇ ਜਾਂ ਡਿਸਕੁਆਲੀਫਾਈ ਕੀਤੇ ਜਾਣਗੇ ਵੀ ਉਹ ਵੈਕਸੀਨ ਨੂੰ ਜੇ ਰਿਫਿਊਜ਼ ਕਰਨ ਕਰਕੇ, ਤੇ ਫਿਰ ਉਹਨਾਂ ਦਾ ਜਿਹੜਾ EI ਬੈਨੀਫਿਟ ਆ ਉਹਨਾਂ ਨੂੰ ਨਹੀਂ ਦਿੱਤਾ ਜਾ ਸਕਦਾ। ਕਿਉਂਕਿ ਜੋਬ ਆ ਜੇ ਕੋਈ ਵਰਕਰ ਆਪਣੀ ਮਰਜ਼ੀ ਨਾਲ ਛੱਡਦਾ ਤੇ ਉਹ EI ਦਾ ਬਕਾਇਦਾ ਤੌਰ ਤੇ ਜਾਣੀ ਕਿ ਇੰਪਲੋਇਮੈਂਟ ਇੰਸ਼ੋਰੈਂਸ ਐਕਟ ਦੇ ਮੁਤਾਬਕ ਉਹ ਐਲੀਜੀਬਲ ਪਰਸਨ ਨਹੀਂ ਹੁੰਦਾ ਜਿਹੜਾ ਆਪਣੀ ਮਰਜ਼ੀ ਕਰਕੇ ਮਿਸਕੰਡਕਟ ਕਰਕੇ ਜਿਹਨੂੰ ਜੋਬ ਤੋਂ ਜਿਹੜਾ ਹੱਥ ਧੋਣੇ ਪੈਂਦੇ ਆ। ਸੋ ਇਸ ਕਰਕੇ ਜਿਹੜਾ ਵੈਕਸੀਨ ਲਗਾਤਾਰ ਇਹ ਸਾਲ ਹੋ ਗਿਆ ਸਮਝਾਉਂਦਿਆਂ ਨੂੰ, ਉਹਦੇ ਬਾਵਜੂਦ ਮਤਲਬ ਨਹੀਂ ਲਵਾਉਣੀ ਹੈ ਨਾ, ਜਿਹਨੇ ਨਹੀਂ ਲਵਾਉਣੀ ਫਿਰ ਇਹ ਉਹ ਬੰਦੇ ਦਾ ਜਿਹੜਾ ਆਪਣਾ ਮਿਸਕੰਡਕਟ ਸਮਝਿਆ ਜਾਊਗਾ। ਰਾਈਟ, ਵੀ ਉਹਦੀ ਮਰਜ਼ੀ ਆ ਨਾ, ਵੀ ਉਹਦੀ ਮਰਜ਼ੀ ਆ ਵੀ ਮੈਂ ਨਹੀਂ ਇਹ ਗੱਲ ਮੰਨਣੀ, ਮੈਂ ਇਹ ਇੰਪਲੋਇਮੈਂਟ ਇੰਸ਼ੋਰੈਂਸ ਐਕਟ ਦੀ ਸ਼ਰਤ ਨੂੰ ਨਹੀਂ ਪੂਰਾ ਕਰਨਾ ਜੀ। ਇਸ ਕਰਕੇ ਵੀ ਆਪਣੇ ਆਪ ਹੀ ਉਹਨੇ ਇੰਪਲੋਇਮੈਂਟ ਇੰਸ਼ੋਰੈਂਸ ਬੈਨੀਫਿਟਸ ਤੋਂ EI ਤੋਂ ਆਪਣੇ ਆਪ ਨੂੰ ਡਿਸਕੁਆਲੀਫਾਈ ਕਰ ਲਿਆ। ਇਸ ਕਰਕੇ ਜਿਹੜਾ ਇੰਪਲੋਇਰ ਆ ਨਾ, ਭਾਵੇਂ ਕੋਈ ਵੀ, ਭਾਵੇਂ ਉਹ ਪਬਲਿਕ ਸੈਕਟਰ ਦਾ ਹੋਵੇ ਭਾਵੇਂ ਉਹ ਪ੍ਰਾਈਵੇਟ ਸੈਕਟਰ ਦਾ ਹੋਵੇ, ਉਹ ਇੰਪਲੋਇਰ ਦੀ ਡਿਊਟੀ ਆ ਇਨ ਲਾਅ ਕਿ ਉਹ ਵਰਕ ਪਲੇਸ ਨੂੰ ਸੇਫ ਰੱਖੇ। ਕਿਉਂਕਿ ਵਰਕਰ ਉੱਥੇ 1 ਜਾਂ 2 ਜਾਂ 10 ਨਹੀਂ, ਜਾਂ ਜਿੰਨੇ ਵੀ ਹੋ ਸਕਦੇ ਆ। ਇਹ ਨਹੀਂ ਗਾ ਵੀ ਜੇ ਉੱਥੇ 100 ਬੰਦਾ ਕੰਮ ਕਰਦਾ ਤੇ 10 ਬੰਦੇ ਆਪਣੀ ਅੜੀ ਕਰਕੇ ਕਹਿਣ ਵੀ ਅਸੀਂ ਐ ਨਹੀਂ ਕਰਨਾ ਤੇ 90 ਬੰਦਿਆਂ ਦੀ ਸੇਫਟੀ ਖਤਰੇ 'ਚ ਪਾਈ ਜਾ ਸਕਦੀ ਆ। ਰਾਈਟ। ਸੋ ਤਦ ਕਰਕੇ ਵੀ ਜਿਹੜਾ ਇੰਪਲੋਇਰ ਜਾਣੀ ਕਿਸੇ ਆਪਣੇ ਵਰਕਰ ਨੂੰ ਇਸ ਕਰਕੇ ਫਾਇਰ ਕਰੂ, ਡਿਸਮਿਸ ਕਰੂ ਵੀ ਉਹ ਟੀਕੇ ਲਵਾਉਣ ਨੂੰ ਤਿਆਰ ਨਹੀਂ ਹੋਇਆ ਕੋਵਿਡ ਤੋਂ ਬਚਾਅ ਦੇ, ਤੇ ਉਹਨੂੰ ਫਿਰ ਜਿਹੜਾ EI ਵੀ ਦੇਣ ਦੀ ਕੋਈ ਸੈਂਸ ਨਹੀਂ ਬਣਦੀ ਕਿਉਂਕਿ ਮਰਜ਼ੀ ਉਹਦੀ ਆਪਣੀ ਸੀ। ਜੀ। ਸੋ ਪਲੀਜ਼ ਅਗਰ ਤੁਸੀਂ ਇਸ ਬੈਨੀਫਿਟਸ ਲੈਣਾ ਚਾਹੁੰਦੇ ਹੋ, ਤੁਸੀਂ ਰੈਸਟੋਰੈਂਟਸ ਦੇ ਵਿੱਚ ਜਾਣਾ ਚਾਹੁੰਦੇ ਹੋ, ਤੁਸੀਂ ਬਾਹਰ ਘੁੰਮਣਾ ਚਾਹੁੰਦੇ ਹੋ, ਕਈ ਜਗ੍ਹਾ ਤੇ ਪਾਬੰਦੀਆਂ ਨੇ, ਤਾਂ ਪਲੀਜ਼ ਗੈਟ ਵੈਕਸੀਨੇਟਿਡ ਐਂਡ ਅਪਰੂਵਡ ਹੈ ਜੀ ਸਰਕਾਰ ਵੱਲੋਂ ਜੀ, ਹੈਲਥ ਖੇਤਰ ਵੱਲੋਂ। ਸੋ ਤੁਸੀਂ ਆਪਣੇ ਆਪ ਨੂੰ ਵੀ ਸਿਕਿਉਰ ਰੱਖੋ ਤੇ ਆਲੇ ਦੁਆਲੇ ਜਿੰਨੇ ਵੀ ਤੁਹਾਡੇ ਪਰਿਵਾਰਕ ਮੈਂਬਰਸ ਨੇ ਉਹਨਾਂ ਨੂੰ ਵੀ ਸਿਕਿਉਰ ਰੱਖੋ। 905 813 1320 9058131320 ਪਲੈਨਟ ਫਾਈਨੈਂਸ਼ੀਅਲ ਦੇ ਗੌਰਵ ਕੁਮਾਰ ਜੀ ਅੱਜ ਦਾ ਪ੍ਰੋਗਰਾਮ ਸਪਾਂਸਰ ਕਰ ਰਹੇ ਹਨ। ਟਰੱਕ, ਟ੍ਰੇਲਰ, ਆਫਿਸ ਇਕੁਇਪਮੈਂਟ, ਹੈਵੀ ਇਕੁਇਪਮੈਂਟ, ਇੰਡਸਟਰੀਅਲ ਮਸ਼ੀਨਰੀ, ਪ੍ਰਾਈਵੇਟ ਫੰਡਸ ਤੁਸੀਂ ਚਾਹੁੰਦੇ ਹੋ ਤਾਂ ਪਲੈਨਟ ਫਾਈਨੈਂਸ਼ੀਅਲ ਦੇ ਗੌਰਵ ਕੁਮਾਰ ਜੀ ਯਾਰਾਂ ਦੇ ਯਾਰ ਨੇ। ਬੈਠੋ, ਚਾਹ ਦੀ ਚੁਸਕੀਆਂ ਪੀਓ ਤੇ ਤੁਹਾਡਾ ਕ੍ਰੈਡਿਟ ਪਾਸ ਕਰਕੇ ਦੇਣਗੇ। ਸੋ ਤੁਸੀਂ ਆਪਣੇ ਮਨਪਸੰਦ ਦਾ ਟਰੱਕ ਲੈ ਸਕਦੇ ਹੋ ਜੀ। 6474097501 6474097501 ਅਤੇ ਹੋਮ ਲਾਈਫ ਵਿਨਰਸ ਰਿਅਲਟੀ ਦੇ ਅਮਰੀਕ ਅਤੇ ਰਿਕੀ ਗਾਗਨਾ ਵੱਲੋਂ ਅੱਜ ਦਾ ਪ੍ਰੋਗਰਾਮ ਸਪਾਂਸਰ ਕੀਤਾ ਜਾ ਰਿਹਾ ਜੀ। ਪ੍ਰੀ ਕੰਸਟਰਕਸ਼ਨ ਦੇ ਕਰਤਾ ਧਰਤਾ ਜੀ ਜੇ ਬਾਦਸ਼ਾਹ ਨੇ ਆਪਣੇ ਪ੍ਰੀ ਕੰਸਟਰਕਸ਼ਨ ਖੇਤਰ ਦੇ ਵਿੱਚ ਲੱਭ ਰਹੇ ਹੋ ਕੋਈ ਰੀਅਲ ਸਟੇਟ ਡਿਵੈਲਪਰ, ਤੁਹਾਡੇ ਕੋਲ ਜ਼ਮੀਨ ਹੈ, ਤੁਸੀਂ ਉਸ ਜ਼ਮੀਨ ਨੂੰ ਡਿਵੈਲਪ ਕਰਨਾ ਚਾਹੁੰਦੇ ਹੋ ਤਾਂ ਇੱਕੋ ਇੱਕ ਨੰਬਰ ਯਾਦ ਰੱਖੋ ਜੀ, ਅਮਰੀਕ ਐਂਡ ਰਿਕੀ ਗਾਗਨਾ 4167257455 4167257455 ਤੇ ਕਾਲ ਕਰ ਸਕਦੇ ਹੋ। ਜੌਲ ਸਾਹਿਬ ਕਾਫੀ ਇੰਟਰਸਟਿੰਗ ਖਬਰ ਹੈ ਜੀ ਅਗਲੀ ਕਿ 70% of the parents are okay with their kids to get vaccinated. ਉਹਦੇ ਨਾਲੋਂ ਲਗਭਗ ਘੱਟ ਨੇ 10% ਜਿਨ੍ਹਾਂ ਨੇ ਕਿ ਆਪ ਵੈਕਸੀਨ ਸਾਰਿਆਂ ਨੇ ਲਵਾਈ ਹੋਈ ਆ, ਕਿਉਂਕਿ ਆਲਮੋਸਟ ਹੁਣ 88% ਤੱਕ ਪੇਰੈਂਟਸ ਜਿਹੜੇ ਹੋ ਗਏ ਆ ਵੀ ਐਟਲੀਸਟ ਜਿਨ੍ਹਾਂ ਨੂੰ ਸਿੰਗਲ ਡੋਜ਼ ਲੱਗ ਚੁੱਕੀ ਆ, ਮਤਲਬ ਕਿ ਉਹਨਾਂ ਨੂੰ ਡਬਲ ਵੀ ਲੱਗੇ ਹੀ ਜਾਏਗੀ। ਇਸ ਦੇ ਦੌਰਾਨ ਹੀ ਦੱਸਦੀ ਹੈ ਵੀ ਬਰੈਂਪਟਨ ਦੇ ਵਿੱਚ ਜਿਹੜਾ ਸੌਕਰ ਸੈਂਟਰ ਸੀ ਪਹਿਲਾਂ ਉੱਥੇ ਸੰਦਲਵੁੱਡ ਤੇ ਡਿਕਸੀ ਦੀ ਨੁੱਕਰ ਤੇ
1 ਨਵੰਬਰ ਤੋਂ ਫੇਰ ਅਰਸ਼ ਪਹਿਲੀ ਡੋਜ਼, ਸੈਕੰਡ ਡੋਜ਼, ਥਰਡ ਬੂਸਟਰ ਡੋਜ਼ ਵੀ ਕਿਸੇ ਨੇ ਲਵਾਉਣੀ ਆ ਤੇ ਉਹ ਦੁਬਾਰਾ ਉੱਥੇ ਖੋਲਿਆ ਜਾ ਰਿਹਾ ਜੀ। ਅੱਛਾ, ਉਹ ਦੈਟਸ ਨਾਈਸ। ਵੈਕਸੀਨੇਸ਼ਨ ਵਾਸਤੇ ਬਰੈਂਪਟਨ ਦੇ ਵਿੱਚ। ਅੱਛਾ, ਇਹ ਹੁਣ ਉਹ ਕਹਿ ਰਹੇ ਆ ਜੀ ਜਿਹੜੇ 70% ਦੇ ਲਗਭਗ ਹੈਗੇ ਆ ਪੇਰੈਂਟਸ ਵੀ ਉਹ ਖੁਸ਼ੀ ਆਪਣੇ ਬੱਚਿਆਂ ਨੂੰ ਵੀ ਜਿਹੜੇ ਕਿ 11 ਸਾਲ ਤੋਂ ਘੱਟ ਉਮਰ ਦੇ ਨੇ ਵੀ ਉਹਨਾਂ ਨੂੰ ਟੀਕਾ ਜੇ ਅਪਰੂਵ ਕੀਤਾ ਜਾਂਦਾ ਹੈਲਥ ਕੈਨੇਡਾ ਦੇ ਵੱਲੋਂ ਫਾਈਜ਼ਰ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਉਹ ਲਵਾਉਣ ਲਈ ਤਿਆਰ ਹੋਣਗੇ। ਪਰ ਉਹਦੇ 'ਚ ਜਾਣੀ ਕਿ 20% ਹੈਗੇ ਜਿਹੜੇ ਅਜੇ ਬਾਹਲੇ ਸ਼ਿਓਰ ਨਹੀਂ ਹੈਗੇ ਹੈ ਨਾ, ਉਹ ਥੋੜਾ ਗਿਣਤੀਆਂ ਮਿਣਤੀਆਂ 'ਚ ਹਨ। ਪਰ 10% ਨੈਚੁਰਲੀ ਜਿਹਨਾਂ ਨੇ ਆਪ ਟੀਕੇ ਨਹੀਂ ਲਵਾਏ ਉਹ ਬੱਚਿਆਂ ਨੂੰ ਕਿੱਥੇ ਲਵਾਉਣਗੇ ਹੈ ਨਾ। ਰਾਈਟ, ਉਹ ਤਾਂ ਚਲੋ ਹੋਣਗੇ ਹੀ, ਪਰ ਥੋੜਾ ਜਿਹਾ ਇਹ ਕੰਸਰਨ ਹੈਗਾ ਵੀ ਇਹ ਗਿਣਤੀ ਉਹਨਾਂ ਨਾਲੋਂ ਘੱਟ ਲੱਗਦੀ ਆ ਜਿਨ੍ਹਾਂ ਨੇ ਕਿ ਟੀਕੇ ਆਲਰੇਡੀ ਆਪ ਲਵਾਏ ਹੋਏ ਨੇ, ਤੇ ਆਪਣੇ ਬੱਚਿਆਂ ਨੂੰ ਗਾਂਹ ਟੀਕੇ ਲਵਾਉਣ ਦੇ ਲਈ ਥੋੜਾ ਜਿਹਾ ਕੰਸਰਨਡ ਹੈਗੇ ਆ। 10% ਇਹੋ ਜਿਹੇ ਪੇਰੈਂਟਸ ਜਿਹੜੇ ਕਿ ਮੋਰ ਇਨਫੋਰਮੇਸ਼ਨ ਚਾਹੁੰਦੇ ਨੇ। ਰਾਈਟ, ਉਹ ਇਸ ਤਰ੍ਹਾਂ ਰਿਜਿਡ ਨਹੀਂ ਵੀ ਨਹੀਂ ਅਸੀਂ ਲਵਾਣੇ ਨਹੀਂ, ਉਹ ਥੋੜਾ ਹੋਰ ਵੇਟ ਕਰ ਰਿਹਾ ਵੀ ਹੈਲਥ ਕੈਨੇਡਾ ਕੀ ਕਹਿੰਦੇ ਨੇ। ਫਾਈਜ਼ਰ ਦੀ ਜਿਹੜੀ ਐਪਲੀਕੇਸ਼ਨ ਆ ਵੀ ਬੱਚਿਆਂ ਨੂੰ ਲੱਗ ਸਕਦੀ ਆ ਤੇ ਉਹਨਾਂ ਚ ਵੀ ਉਹ ਹੋਰ ਓਰੀਐਂਟੇਸ਼ਨ ਲੈ ਕੇ ਹੋਰ ਇਨਫੋਰਮੇਸ਼ਨ ਲੈ ਕੇ ਇਹਦੇ ਲਈ ਤਿਆਰ ਹੋ ਵੀ ਸਕਦੇ ਆ। ਕੁੱਲ ਮਿਲਾ ਕੇ ਜਾਣੀ ਕਿਹਾ ਜਾ ਰਿਹਾ ਵੀ ਇਹ 2/3 ਜਿਹੜੇ ਲੋਕ ਹੈਗੇ ਆ, ਪੇਰੈਂਟਸ ਹੈਗੇ ਆ ਵੀ ਉਹ ਬੱਚਿਆਂ ਨੂੰ ਟੀਕੇ ਲਵਾਉਣ ਦੇ ਵਿਰੁੱਧ ਨਹੀਂ ਹੈਗੇ। ਅਗਲੀ ਖਬਰ ਜੋ ਲਾਸਟ ਖਬਰ ਹੋਵੇਗੀ ਅੱਜ ਦੀ ਤੇ ਕਾਫੀ ਦੁਖਨਾਕ ਖਬਰ ਹੈ ਜੌਲ ਸਾਹਿਬ। ਕਹਿ ਲਓ ਕਿ 73rd ਮਰਡਰ ਹੈ ਜੀ ਟੋਰਾਂਟੋ ਦੇ ਵਿੱਚ। ਮਦਰ ਦੀ ਜਿਹੜੀ ਬੋਡੀ ਆ ਉਹ ਰਿਕਵਰ ਹੋ ਚੁੱਕੀ ਹੈ ਐਂਡ ਬਹੁਤ ਹੀ ਦੇਖ ਕੇ ਵੀ ਮੈਨੂੰ ਤਰਸ ਆਉਂਦਾ ਜੀ ਇਸ ਫੋਟੋ ਜੋ ਵਾਇਰਲ ਵੀ ਹੋ ਰਹੀ ਹੈ ਜੀ। ਕਿੱਦਾਂ ਕੋਈ ਏਦਾਂ ਕਰ ਸਕਦਾ? ਅਰਸ਼ ਦੇਖੋ ਵੀ ਇਹ ਉਸ ਤੋਂ ਪਹਿਲਾਂ 2 ਸ਼ੋਕ ਸਮਾਚਾਰ ਸਾਂਝੇ ਕਰ ਲਈ। ਇੱਕ ਤੇ ਜਿਹੜੇ ਜਸਵਿੰਦਰ ਬੜੈਚ ਸੀਗੇ, ਜੱਸੀ ਬੜੈਚ, ਉਹਨਾਂ ਦਾ ਜਿਹੜਾ ਦੇਹਾਂਤ ਹੋਇਆ। ਇੱਕ ਤੇ ਉਹਨਾਂ ਦਾ ਜਿਹੜਾ ਜੀ ਫਿਊਨਰਲ ਉਹ ਕੱਲ ਨੂੰ ਹੋਏਗਾ ਜੀ। ਬਿਲਕੁਲ ਜੀ। ਪਰ ਅੱਜ ਸ਼ਾਮ ਨੂੰ ਉਹਨਾਂ ਦੀ ਲਾਈਫ ਸੈਲੀਬ੍ਰੇਟ ਕੀਤੀ ਜਾਣੀ ਆ ਟੋਰਾਂਟੋ ਟਰੱਕ ਡਰਾਈਵਿੰਗ ਸਕੂਲ ਦੇ ਵਿੱਚ ਜੀ, ਉੱਥੇ ਸਟੀਲ ਤੇ ਐਲਬੀਐਮ ਦੀ ਨੁੱਕਰ ਤੇ, ਸਟੀਲ ਤੇ ਹਾਈਵੇ 50 ਦੀ ਨੁੱਕਰ ਤੇ ਕਹਿ ਲਓ। ਅੱਛਾ, ਤੇ ਫਿਰ ਹੁਣ ਇਹ ਆ ਜੀ ਕਿ ਦੂਸਰਾ ਆਪਣੇ ਹੈਗੇ ਜੀ ਰਮੇਸ਼ ਸੰਘਾ MP ਰਹੇ ਨੇ, ਉਹਨਾਂ ਦੇ ਪਿਤਾ ਜੀ ਦਾ ਵੀ ਦੇਹਾਂਤ ਜਿਹੜਾ ਜੀ ਸੀਗਾ। ਵੈਸੇ ਉਹਨਾਂ ਦਾ ਦੇਹਾਂਤ ਜੀ ਵੀ ਉਹ ਕੱਲ ਦੱਸ ਰਹੇ ਸੀ ਸੰਘਾ ਸਾਹਿਬ 102 ਸਾਲ ਦੀ ਉਮਰ ਉਹਨਾਂ ਨੇ ਭੋਗੀ ਆ ਪਿਤਾ ਜੀ ਨੇ, ਪਰਸ਼ੋਤਮ ਸਿੰਘ ਸੰਘਾ ਉਹਨਾਂ ਦੇ ਨਾਲ। ਤੇ ਉਹਨਾਂ ਦਾ ਵੀ ਜਿਹੜਾ ਸੰਸਕਾਰ ਆ ਨਾ ਜੀ ਵੀ ਕੱਲ ਨੂੰ ਇਹ ਕੀਤਾ ਜਾਣਾ, ਜਿਹੜਾ ਬਰੈਂਪਟਨ ਦੇ ਵਿੱਚ ਕ੍ਰਿਮੇਟੋਰੀਅਮ ਹੈਗਾ ਸਾਰਿਆਂ ਨੂੰ ਪਤਾ ਹੀ ਹੈ ਜੀ। ਸੋ ਉੱਥੇ ਜੀ ਵੀ ਇਹ ਬਾਅਦ ਦੁਪਹਿਰ ਉਹਨਾਂ ਦਾ ਸੰਸਕਾਰ ਹੈ ਜਿਹੜਾ ਜੀ ਉਹ ਕੀਤਾ ਜਾਏਗਾ 4 ਵਜੇ ਤੋਂ ਲੈ ਕੇ 6 ਵਜੇ ਤੱਕ ਜੀ। ਸੋ ਉਸ ਲਿਹਾਜ਼ ਨਾਲ ਇਹ ਹੈ ਜੀ ਵੀ ਇਹ ਦੱਸਦੀ ਹੈ ਜਿਹੜੇ ਮਦਰ ਦੀ ਤੁਸੀਂ ਗੱਲ ਕਰ ਰਹੇ ਆ ਵੀ ਇਹ ਆਪਾਂ ਪਿਛਲੇ ਦਿਨੀ ਖਬਰ ਸਾਂਝੀ ਕੀਤੀ ਸੀ ਵੀ ਇੱਕ ਕੁਪੁੱਤ ਸੀਗਾ। ਅਸੀਂ ਹਾਂ, ਅੱਛਾ, ਕੁਪੁੱਤ ਸੀਗਾ 30 ਕੁ ਸਾਲ ਦਾ ਤੇ ਉਹਨੇ ਜਾਣੀ ਆਪਣੀ ਮਾਂ ਦਾ ਵੀ ਕਤਲ ਕੀਤਾ ਤੇ ਆਪਣੀ ਨਾਨੀ ਦਾ ਵੀ ਕਤਲ ਕੀਤਾ ਤੇ ਅਰੈਸਟ ਉਹ ਪੁਲਿਸ ਦੇ ਕੋਲ ਹੋਇਆ ਤੇ ਹੁਣ ਉਹਦੀ ਜਾਣੀ ਕਿ ਨਿਸ਼ਾਨਦੇਹੀ ਤੇ ਜਿਹੜੀ ਜੀ ਵੀ ਇਹ ਲਾਸ਼ ਆ ਉਹਦੀ ਮਾਂ ਦੀ ਤਾਂ ਲੱਭ ਗਈ ਆ ਜੀ, ਹਨਾ। ਉਹਦੀ ਮਾਂ ਦੀ ਲਾਸ਼ ਜਿਹੜੀ ਆ ਲੱਭ ਗਈ ਆ। ਐਵ ਬਰਟਨ ਕਰਕੇ ਉਹਦਾ ਨਾਂ, ਤੇ ਜਿਹੜਾ ਇਹ ਕਾਤਲ ਕਪੋਤਿਆ ਇਹ ਜੋਸ਼ੂਆ ਬਰਟਨ ਕਰਕੇ ਇਹਦਾ ਨਾਂ ਆਇਆ। ਤੇ ਇਹਦੀ ਨਾਨੀ ਦਾ ਨਾਂ ਜਿਹੜਾ ਜੀ ਟਾਈਲਡ ਨੋਬਲ ਹੈਗਾ, ਜਿਹਦੀ ਕਿ ਬੋਡੀ ਹਜੇ ਤੱਕ ਨਹੀਂ ਮਿਲੀ ਆ ਜੀ। ਸੋ ਇਹ 14 ਅਕਤੂਬਰ ਨੂੰ ਲਾਪਤਾ ਹੋਈਆਂ ਸੀਗੀਆਂ ਦੋਨੇ। ਉਸ ਤੋਂ ਬਾਅਦ ਜਾਣੀ ਕਿ ਫਿਰ ਪੁਲਿਸ ਜਿਹੜੀ ਅੱਜ ਕੋਈ ਲਗਾਤਾਰਤਾ ਦੇ ਨਾਲ ਹੁਣ ਇਹ ਤੋਂ ਪੁੱਛਗਿੱਛ ਦੇ ਆਧਾਰ ਤੇ ਕੋਸ਼ਿਸ਼ ਦੇ ਵਿੱਚ ਹੈ ਕਿ ਦੂਸਰੀ ਬੋਡੀ ਵੀ ਜਿਹੜੀ ਮਿਲ ਜਾਏ। ਕੁੱਲ ਮਿਲਾ ਕੇ ਜਾਣੀ ਇਹ ਹੈ ਜੀ ਵੀ ਹੁਣ ਕੱਲ ਵੀ ਸਕਾਰਬੋਰੋ ਦੇ ਵਿੱਚ ਮਰਡਰ ਹੋਇਆ ਸੀਗਾ ਸਵੇਰ ਵੇਲੇ ਅੰਮ੍ਰਿਤ ਵੇਲੇ ਸ਼ੂਟਿੰਗ ਦੇ ਨਾਲ, ਅੱਜ ਵੀ ਉੱਥੇ ਮਰਡਰ ਹੋਇਆ ਜੀ ਸ਼ੂਟਿੰਗ ਦੇ ਨਾਲ ਹੀ, ਹੈ ਨਾ। ਤੇ ਕੁੱਲ ਮਿਲਾ ਕੇ ਹੁਣ ਆਪਾਂ ਦੇਖ ਰਹੇ ਹਾਂ ਵੀ 302ਵਾਂ ਅੱਜ ਦਿਨ ਹੈਗਾ ਇਸ ਸਾਲ 2021 ਦਾ। ਤੇ ਟੋਰਾਂਟੋ ਹੁਣ ਤੱਕ 73 ਮਰਡਰ ਜਿਹੜੇ ਆ ਜੀ ਉਹ ਵਿਟਨੈਸ ਕਰ ਚੁੱਕੇ ਨੇ ਜੀ। ਇਹਦੇ ਨਾਲ ਹੀ ਜਾਣੀ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਜਿਹੜੇ ਇਹ ਪਿਛਲੇ 301 ਦਿਨ ਸੀਗੇ ਕੱਲ ਤੱਕ ਬੀਤੇ ਇਸ ਸਾਲ ਦੇ 80 ਤੋਂ ਵੱਧ ਚੁੱਕੀ ਆ ਗਿਣਤੀ। ਕਿਹਦੀ ਭਲਾਰਸ਼? ਉਹਨਾਂ ਦੀ ਜਿਹੜੇ ਕਿ ਵੱਖ-ਵੱਖ ਜੁਰਮਾਂ ਦੇ ਵਿੱਚ, ਅਪਰਾਧਾਂ 'ਚ, ਕ੍ਰਾਈਮਸ ਦੇ ਵਿੱਚ ਟੋਰਾਂਟੋ, ਬਰੈਂਪਟਨ, ਮਿਸਿਸਾਗਾ, ਕੈਲੇਡਨ, ਇੱਥੇ ਆਲੇ ਦੁਆਲੇ ਦੇ ਵਿੱਚ ਹੀ ਅਰੈਸਟ ਹੋਏ ਪੰਜਾਬੀ ਤੇ ਪੰਜਾਬਣਾ। ਪੰਜਾਬੀ ਤੇ ਪੰਜਾਬਣਾ 80 ਤੋਂ ਗਿਣਤੀ ਵੱਧ ਚੁੱਕੀ ਆ। ਭੁਪਿੰਦਰ ਸੰਧੂ ਕੱਲ ਹੀ ਫੜਿਆ ਹਾਂਜੀ 36 ਸਾਲ ਦਾ, ਮਤਲਬ ਮਿਸਿਸਾਗਾ ਦਾ। ਕੈਨੇਡਾ ਆਉਣ ਨੂੰ ਮੈਂ ਕਈ ਵਾਰੀ ਦੇਖਦਾ ਹੁੰਦਾ ਇਹ ਸਾਰੇ ਅੰਕੜੇ ਨੰਬਰ ਪੜ੍ਹ ਕੇ ਤੇ ਜਿਹੜੇ ਕੈਨੇਡਾ 'ਚ ਪਹੁੰਚੇ ਹੋਏ ਆ ਤੇ ਪਹੁੰਚੀਆਂ ਹੋਈਆਂ ਉਹਨਾਂ ਨੂੰ ਭੱਲ ਨਹੀਂ ਪਚਦੀ ਅਕਸਰ, ਤੇ ਦੁਨੀਆ ਹਲੇ ਤੜਫ ਰਹੀ ਆ ਵੀ ਅਸੀਂ ਕੈਨੇਡਾ ਪਹੁੰਚਣਾ। ਇਹ ਭੁਪਿੰਦਰ ਸੰਧੂ ਵਰਗੇ ਜਾਂ ਕਿੰਨੇ ਆਪਾਂ ਇਸ ਸਾਲ ਪਿਛਲੇ ਹਫ਼ਤੇ ਦੇ ਦੌਰਾਨ ਹੀ 8-10 ਤਾਂ ਸਾਂਝੇ ਕਰ ਲਏ ਨਾ, ਵੀ ਭੱਲ ਨਾ ਪਚਣ ਵਾਲੀ ਗੱਲ ਹੀ ਆ। ਬਿਲਕੁਲ ਇਸ ਮੁਲਕ ਦੇ ਵਿੱਚ ਦੁਨੀਆ ਜਾਨਾਂ ਵਾਰ ਰਹੀ ਪਹੁੰਚਣ ਵਾਸਤੇ। ਕੋਈ ਸਮੁੰਦਰ 'ਚ ਡੁੱਬ ਗਿਆ ਜੀ, ਕੋਈ ਜੰਗਲ 'ਚ ਤੁਰੀ ਜਾ ਰਹੇ ਨੇ 6-6 ਮਹੀਨੇ, ਕੋਈ ਪਾਸਪੋਰਟ ਪਾੜ ਰਹੇ ਨੇ,
ਕੋਈ ਆਪਣੇ ਰਿਸ਼ਤੇਦਾਰਾਂ ਨਾਲ ਵਿਆਹ ਕਰ ਰਹੇ ਨੇ, ਤੇ ਇੱਥੇ ਆ ਕੇ ਇਹ ਹਾਲ ਹੈ ਸਾਡਾ। ਇਹ 36 ਸਾਲ ਦਾ ਦੇਖੋ ਕਿੱਦਾਂ ਘਰਾਂ ਸਟੋਰਾਂ ਦੇ ਵਿੱਚ ਤੋੜ ਕੇ ਵੜਨਾ, ਬੂਹੇ ਬਾਰੀਆਂ, ਉਹ ਇਹਦੇ ਕੋਲ ਸੰਦ ਮਿਲੇ ਆ। ਭੱਲ ਨਾ ਪਚਣ ਵਾਲੀ ਗੱਲ ਹੋਰ ਕਿਹੜੀ ਹੁੰਦੀ ਹੈ। ਸੰਦ ਇਹਦੇ ਕੋਲੋਂ ਮਿਲੇ ਆ, ਘਰਾਂ ਸਟੋਰਾਂ ਚੋਂ ਚੋਰੀ ਕੀਤਾ ਸਮਾਨ ਇਹਦੇ ਕੋਲੋਂ ਮਿਲਿਆ। ਤੇ ਹੁਣ ਜੇ ਇਹਦੇ ਘਰ ਵਾਲੇ ਕਹਿ ਦੇਣਗੇ ਨਹੀਂ ਜੀ ਉਦਾਂ ਹੀ ਫੜ ਲਿਆ ਜੀ, ਇਹਨੇ ਤਾਂ ਕੁਛ ਕੀਤਾ ਹੀ ਨਹੀਂ। ਸਾਡਾ ਜਿਹੜਾ ਐਟੀਟਿਊਡ ਆ, ਅਸੀਂ ਆਪਣੇ ਟੱਬਰ ਦੇ ਜੀਆਂ ਦੇ ਨੁਕਸ ਢੱਕਦੇ ਆ। ਤਦ ਕਰਕੇ ਮੈਂ ਕਹਿੰਦਾ ਹੁੰਦਾ ਵੀ ਕੈਨੇਡਾ ਚ ਓਡੇ ਵੱਡੇ ਨੁਕਸ ਹੈ ਨਹੀਂ ਜਿਹੜੇ ਅਸੀਂ ਕੱਢਦੇ ਆ, ਸਾਡੇ ਚ ਵੱਡੇ ਨੁਕਸ ਹੈਗੇ ਆ ਜਿਹੜੇ ਅਸੀਂ ਢੱਕਦੇ ਆ। ਜਿੱਦਣ ਇਹ ਠੀਕ ਕਰ ਲਾਂਗੇ ਸਵਰਗੀ ਸਵਰਗ ਹੈ। ਕੈਨੇਡਾ ਕੋਈ ਮਾੜੀ ਜਗ੍ਹਾ ਹੈ ਹੀ ਨਹੀਂ ਹੈ। ਜੀ 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 905 813 1320 ਜੌਲ ਸਾਹਿਬ ਦੇ ਨਾਲ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਕਮਿਊਨਿਟੀ ਇਨਫੋਰਮੇਸ਼ਨ ਉਹਨਾਂ ਦੇ WhatsApp ਗਰੁੱਪ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ, ਜੋ ਸਵੇਰੇ ਤੜਕੇ ਐਨ ਤਾਜ਼ੀਆਂ ਖਬਰਾਂ ਤੁਹਾਡੇ ਸੈੱਲ ਫੋਨਸ ਤੇ ਆ ਜਾਂਦੀਆਂ ਨੇ, ਤੁਸੀਂ ਇਹਨਾਂ ਨੂੰ ਐਡ ਕਰ ਸਕਦੇ ਹੋ ਜੀ। ਜਾਂ ਇਹਨਾਂ ਦੇ ਬਾਰੇ ਕੋਈ ਵੀ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ, ਕੋਈ ਕਮਿਊਨਿਟੀ ਇਨਫੋਰਮੇਸ਼ਨ ਸਾਂਝੀ ਕਰਨਾ ਚਾਹੁੰਦੇ ਹੋ ਤਾਂ 4168953784 4168953784। ਜੌਲ ਸਾਹਿਬ ਟਾਈਮ ਦੇਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਐਂਡ ਇੰਜੋਏ ਯੋਰ ਵੀਕਐਂਡ। ਥੈਂਕ ਯੂ ਜੀ। ਥੈਂਕ ਯੂ ਸੋ ਮਚ ਜੌਲ ਸਾਹਿਬ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।